ਵਾਹਿਗੁਰੂ। ਅੰਮ੍ਰਿਤ ਵੇਲੇ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਨਿੱਤ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਚਨਾ ਵਾਰਾਂ ਦੀ ਲੜੀਵਾਰ ਕਥਾ ਸੁਣ ਰਹੇ ਹਾਂ। ਤੀਸਰੀ ਵਾਰ ਚੱਲਦੀ ਹੈ, ਉਹਦੀਆਂ 4 ਪੌੜੀਆਂ ਪਿੱਛੇ ਸੁਣੀਆਂ। 5ਵੀਂ ਪੌੜੀ ਤੋਂ ਕਥਾ ਅੱਜ ਦੀ ਆਰੰਭ ਹੋ ਰਹੀ ਹੈ। ਇਸ ਕਥਾ ਦੇ ਅੰਦਰ ਅੱਜ ਦੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਗੁਰਮੁਖਾਂ ਦੇ ਜੀਵਨ ਬਾਰੇ ਦੱਸਦੇ ਹੈ ਵੀ ਜਿਹੜਾ ਇਹ ਸਿੱਖੀ ਪੰਥ ਹੈ, ਗੁਰਮੁਖਾਂ ਦਾ ਪੰਥ ਹੈ, ਇਹ ਬਾਕੀਆਂ ਨਾਲੋਂ ਕਿਵੇਂ ਨਿਰਾਲਾ ਹੈ। ਕਿਉਂਕਿ ਗੁਰਬਾਣੀ ਦੇ ਆਪਾਂ ਬਚਨ ਪੜ੍ਹਦੇ ਹਾਂ ਅਤੇ 5ਵੇਂ ਪਾਤਸ਼ਾਹ ਜੀ ਦੇ ਬਚਨ ਆਉਂਦੇ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਵੀ ਨਾ ਅਸੀਂ ਹਿੰਦੂਆਂ ਦੇ ਵਿੱਚ ਆਉਂਦੇ ਹਾਂ ਅਤੇ ਨਾ ਅਸੀਂ ਮੁਸਲਮਾਨਾਂ ਦੇ ਵਿੱਚ ਆਉਂਦੇ ਹਾਂ। ਹਿੰਦੂ ਕਹਿੰਦੇ ਜੀ ਸਿੱਖ ਸਾਡੇ 'ਚੋਂ ਨਿਕਲੇ, ਮੁਸਲਮਾਨ ਕਹਿੰਦੇ ਜੀ ਸਾਡੇ 'ਚੋਂ ਨਿਕਲੇ। ਪਰ ਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਸਿੱਖ ਕਿਸੇ 'ਚੋਂ ਨਹੀਂ ਨਿਕਲੇ, ਸਿੱਖ ਪਰਮਾਤਮਾ ਦੇ ਪੈਦਾ ਕੀਤੇ ਹੋਏ ਆ, ਅਸੀਂ ਤਾਂ ਉਸ ਪਰਮਾਤਮਾ ਦੇ ਬਣਾਏ ਹੋਏ ਹਾਂ। ਤੋ ਉਸ ਪੱਖ ਨੂੰ ਇੱਥੇ ਭਾਈ ਗੁਰਦਾਸ ਜੀ ਵੀ ਥੋੜ੍ਹਾ ਨਿਖੇੜਦੇ ਹੈ ਵੀ ਜਿਹੜਾ ਇਹ ਸਿੱਖੀ ਦਾ ਮਤ ਹੈ ਜਾਂ ਗੁਰਮੁਖਾਂ ਦਾ ਪੰਥ ਹੈ, ਇਹ ਭਾਈ ਨਿਰਾਲਾ ਹੈ। ਕਿਵੇਂ ਨਿਰਾਲਾ ਹੈ ਉਹਦੇ ਬਾਰੇ ਦੱਸਦੇ ਨੇ। ਸ਼ਰਧਾ ਦੇ ਨਾਲ ਸਰਵਣ ਕਰੀਏ ਜੀ। ਮੁੱਲ ਨਾ ਮਿਲੈ ਅਮੋਲ, ਨਾ ਕੀਮਤ ਪਾਈਐ। ਭਾਈ ਗੁਰਦਾਸ ਜੀ ਕਹਿੰਦੇ ਕਿ ਇਹ ਗੁਰਸਿੱਖੋ, ਜਿਹੜਾ ਆ ਸਿੱਖੀ ਦਾ ਮਾਰਗ ਹੈ, ਇਹ ਬੜਾ ਅਮੋਲਕ ਹੈ। ਪਰਮਾਤਮਾ ਦਾ ਮਾਰਗ, ਆ ਗੁਰਮੁਖਾਂ ਦਾ ਮਾਰਗ, ਸਿੱਖੀ ਦਾ ਮਾਰਗ, ਤਿੰਨੇ ਭਾਵ ਇੱਥੇ ਲੱਗ ਜਾਣਗੇ। ਕਹਿੰਦੇ ਬੜਾ ਅਮੋਲਕ ਹੈ, ਜਿਹੜਾ ਕਿਸੇ ਵੀ ਮੁੱਲ ਦੇ ਦਿੱਤਿਆਂ ਹੋਇਆਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਬੜਾ ਅਮੋਲਕ ਹੈ, ਕਿਸੇ ਮੁੱਲ ਦੇ ਵੱਟੇ ਇਹ ਮਿਲਦਾ ਨਹੀਂ। ਜੇ ਬੰਦਾ ਆਖੇ ਕਿ ਮੈਂ ਪੈਸੇ ਦੇ ਕਰਕੇ ਸਿੱਖੀ ਖਰੀਦ ਲਵਾਂਗਾ, ਤਾਂ ਪੈਸਿਆਂ ਦੇ ਵੱਟੇ ਸਿੱਖੀ ਨਹੀਂ ਮਿਲਦੀ ਹੈ। ਪਰਮਾਤਮਾ ਦਾ ਜਿਹੜਾ ਰਸਤਾ ਹੈ ਪ੍ਰਾਪਤੀ ਦਾ, ਇਹ ਕੋਈ ਮਤਾਂ ਜਾਣੇ ਕਿ ਮੈਂ ਪੈਸੇ ਦੇ ਕਰਕੇ ਤੇ ਉਹ ਖਰੀਦ ਲਵਾਂਗਾ। ਪਰਮਾਤਮਾ ਪੈਸਿਆਂ ਦੇ ਕਰਕੇ ਨਹੀਂ ਪ੍ਰਾਪਤ ਹੁੰਦਾ। ਜਿਵੇਂ ਕਬੀਰ ਜੀ ਕਹਿੰਦੇ, ਕੋਈ ਰਾਜਾ ਆਇਆ, ਸੋਨੇ ਹੀਰਿਆਂ ਦੀ ਕਹਿ ਲਓ ਸੋਨੇ ਦੀ ਥਾਲੀ ਵਿੱਚ ਹੀਰੇ ਮੋਤੀ ਭਰੇ, ਲਿਆ ਕੇ ਕਬੀਰ ਜੀ ਨੂੰ ਫੜਾ ਕੇ ਕਹਿੰਦਾ ਲਿਆਓ ਕਬੀਰ ਜੀ, ਪਰਮਾਤਮਾ ਦਾ ਜਿਹੜਾ ਰਸਤਾ ਮੈਨੂੰ ਦੇ ਦਿਓ, ਪਰਮਾਤਮਾ ਮੈਨੂੰ ਦੇ ਦਿਓ। ਤਾਂ ਕਬੀਰ ਜੀ ਕਹਿੰਦੇ ਕੰਚਨ ਸਿਉਂ ਪਾਈਐ ਨਹੀਂ ਤੋਲ। ਐ ਰਾਜੇ, ਆ ਸੋਨੇ ਦੇ ਬਦਲੇ ਤੋਲ ਕੇ ਨਹੀਂ ਪਰਮਾਤਮਾ ਨੂੰ ਪਾਇਆ ਜਾ ਸਕਦਾ। ਕਹਿੰਦੇ ਜੀ ਫਿਰ ਕਿਹੜੀ ਚੀਜ਼ ਨਾਲ ਤੋਲਿਆ ਜਾਵੇ? ਤਾਂ ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ। ਜੇ ਪਰਮਾਤਮਾ ਨੂੰ ਤੂੰ ਮੁੱਲ ਲੈਣਾ ਚਾਹੁੰਦਾ ਤਾਂ ਉਹਦੇ ਵਾਸਤੇ ਫਿਰ ਤੈਨੂੰ ਆਪਣਾ ਮਨ ਦੇਣਾ ਪਵੇਗਾ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਆਪਣਾ ਆਪ ਸਮਰਪਣ ਕਰਨਾ ਪੈਂਦਾ ਹੈ। ਜੇ ਸਿੱਖੀ ਲੈਣੀ ਹੈ ਤਾਂ ਸਿੱਖੀ ਵਾਸਤੇ ਵੀ ਆਪਣਾ ਆਪ ਸਮਰਪਣ ਕਰਨਾ ਪੈਣਾ। ਗੁਰੂ ਅੰਗਦ ਦੇਵ ਮਹਾਰਾਜ ਜੀ ਸਭ ਤੋਂ ਪਹਿਲਾਂ ਕਹਿ ਲਓ ਕਿ ਸਿੱਖੀ ਵਿੱਚ ਜੋ ਪਾਸ ਹੋਏ, ਤਾਂ ਪਹਿਲਾਂ ਕੀ ਉਹਨਾਂ ਕੀਤਾ ਵੀ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਿੱਤਾ ਸੀ। ਲਹਿਣਾ ਵਿੱਚ ਲਹਿਣਾ ਭਾਵ ਰਹਿ ਹੀ ਨਹੀਂ ਗਿਆ ਸੀ ਕੁਝ। ਤਾਂ ਹੀ ਗੁਰੂ ਜੀ ਨੇ ਨਾਮ ਬਦਲ ਕੇ ਫਿਰ ਅੰਗਦ ਦੇਵ ਇਹ ਨਾਮ ਰੱਖ ਦਿੱਤਾ ਸੀ। ਅਤੇ ਇਹੀ ਕਾਰਜ ਫਿਰ 10ਵੇਂ ਪਾਤਸ਼ਾਹ ਜੀ ਦੇ ਸਮੇਂ ਹੋਇਆ, ਜਦੋਂ ਮਹਾਰਾਜ ਜੀ ਨੇ ਪੰਥ ਨੂੰ ਗੁਰਿਆਈ ਦੇਣੀ ਹੈ, ਆ ਪੰਥ ਇਹ ਖਾਲਸੇ ਦੇ ਸਪੁਰਦੀ ਕਰ ਦੇਣਾ ਹੈ। ਤਾਂ ਫਿਰ ਮਹਾਰਾਜ ਜੀ ਨੇ ਉਹੀ ਰੀਤ ਇੱਥੇ ਵੀ ਕੀਤੀ। ਮਹਾਰਾਜ ਕਹਿੰਦੇ ਅਸੀਂ ਇਹ ਗੁਰਸਿੱਖੀ ਦਾ ਪੰਥ ਨਿਰਾਲਾ ਕਰਨਾ ਹੈ, ਇਹਦੇ ਵਾਸਤੇ ਸਾਨੂੰ ਸਿੱਖਾਂ ਦੇ ਸਿਰ ਚਾਹੀਦੇ ਹੈ। ਅਤੇ ਸਿਰ ਦੇਣ ਤੋਂ ਭਾਵ ਕੀ ਹੈ? ਸਿਰ ਦੇਣ ਤੋਂ ਭਾਵ ਹੈ ਕਿ ਆਪਾਂ ਸਮਰਪਣ ਕਰ ਦੇਣਾ। ਅਤੇ 5 ਪਿਆਰਿਆਂ ਨੇ ਆਪਣੇ ਸਿਰ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਮਨੁੱਖ ਦਾ ਹੱਥ ਕੱਟਿਆ ਜਾਵੇ, ਪੈਰ ਕੱਟਿਆ ਜਾਵੇ, ਸਰੀਰ 'ਚ ਹੋਰ ਕਿਤੇ ਕੋਈ ਖਰਾਬੀ ਹੋਵੇ, ਤਾਂ ਉਹਦੇ ਨਾਲ ਮਨੁੱਖ ਫਿਰ ਵੀ ਜਿਉਂਦਾ ਰਹਿੰਦਾ ਹੈ। ਪਰ ਸਾਰਾ ਅਹੰਕਾਰ ਮਨੁੱਖ ਦੇ ਸਿਰ ਦੇ ਵਿੱਚ ਹੀ ਭਰਿਆ ਪਿਆ ਹੈ।
ਅਹੰਕਾਰ ਦੇ ਨਾਲ ਮਨੁੱਖ ਜਿਹੜਾ ਆਪਣਾ ਸਿਰ ਤਾਂ ਨੂੰ ਕਰਦਾ, ਅਹੰਕਾਰ ਦੇ ਨਾਲ ਕਿਸੇ ਵੱਲ ਭੈੜਾ ਦੇਖਦਾ, ਅਹੰਕਾਰ ਦੇ ਨਾਲ ਕਿਸੇ ਨੂੰ ਭੈੜਾ ਬੋਲਦਾ ਹੈ, ਤਾਂ ਜਦੋਂ ਸਿਰ ਕੱਟਿਆ ਜਾਵੇ ਤਾਂ ਫਿਰ ਇਹ ਕੁਝ ਨਹੀਂ ਰਹਿ ਜਾਂਦਾ, ਉੱਥੇ ਮਨੁੱਖ ਦਾ ਅਸਤਿਤਵ ਵੀ ਖਤਮ ਹੋ ਜਾਂਦਾ। ਤੋ ਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਮੰਗਿਆ ਹੀ ਸਿਰ। ਮਹਾਰਾਜ ਕਹਿੰਦੇ ਜੇ ਤੁਸੀਂ ਸਾਡੇ ਪੰਥ ਵਿੱਚ ਰਹਿਣਾ ਹੈ ਤਾਂ ਤੁਹਾਨੂੰ ਸਿਰ ਦੇਣਾ ਪਵੇਗਾ। ਸਿਰ ਦੇਣ ਤੋਂ ਭਾਵ ਕਿ ਆਪਣਾ ਆਪ ਸਮਰਪਣ ਕਰਨਾ ਪਵੇਗਾ, ਮੋਹ ਛੱਡਣਾ ਪਵੇਗਾ। ਕੋਈ ਹੱਥ ਮੰਗੇ, ਪੈਰ ਮੰਗੇ, ਉਹ ਦੇ ਕੇ ਬੰਦਾ ਜਿਉਂਦਾ ਰਹਿ ਜਾਂਦਾ, ਪਰ ਸਿਰ ਦੇ ਕੇ ਕਿੱਥੇ ਜਿਉਂਦਾ ਰਹਿਣਾ ਸੀ। ਸਿਰ ਦੇਣ ਤੋਂ ਬਾਅਦ ਤਾਂ ਮੌਤ ਹੋ ਜਾਣੀ ਸੀ। ਜਦੋਂ ਆਏ ਨੇ ਪੰਜ ਪਿਆਰੇ ਸਾਹਿਬਾਨ, ਮਹਾਰਾਜ ਨੇ ਉਹਨਾਂ ਦੇ ਸੀਸ ਲਏ ਹੈ, ਉਹਨਾਂ ਨੂੰ ਫਿਰ ਨਵਾਂ ਜੀਵਨ ਦਾਨ ਦਿੱਤਾ ਹੈ। ਤੋ ਇਹ ਸਿੱਖੀ ਦੀ ਰੀਤ ਮਹਾਰਾਜ ਜੀ ਨੇ ਤੋਰ ਦਿੱਤੀ ਕਿ ਹੁਣ ਆਉਣ ਵਾਲੇ ਜਿਹੜੇ ਸਿੱਖ ਨੇ ਸਾਡੀ ਕੌਮ ਦੇ ਵਿੱਚ, ਪੰਥ ਵਿੱਚ, ਉਹਨਾਂ ਨੂੰ ਇੱਦਾਂ ਸਿਰ ਤਾਂ ਨਹੀਂ ਵਢਾਉਣਾ ਪਵੇਗਾ, ਪਰ ਇਹ ਸਿਰ ਦੇਣ ਤੋਂ ਭਾਵ ਜੋ ਹੈ, ਤੱਤ ਭਾਵ ਉਹ ਹੈ ਆਪਣਾ ਆਪ ਸਮਰਪਣ ਕਰਨਾ। ਵੀ ਜਿਹੜਾ ਸਿਰ ਹੈ ਇਹਦੇ ਹੁਣ ਵਿੱਚ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਦੇ ਚੁਲੇ ਪੈ ਗਏ ਹੈ, ਅੱਖਾਂ ਦੇ ਵਿੱਚ ਅੰਮ੍ਰਿਤ ਦੇ ਛੱਟੇ ਪੈ ਗਏ ਹੈ, ਮੁਖ ਦੁਆਰਾ ਅੰਮ੍ਰਿਤ ਛਕਿਆ ਗਿਆ ਹੈ। ਤੋ ਇਹਨਾਂ ਚੀਜ਼ਾਂ ਵਿੱਚ ਹੀ ਮਨੁੱਖ ਦਾ ਅਹੰਕਾਰ ਸੀ, ਇੱਥੇ ਹੀ ਹੁਣ ਗੁਰੂ ਦਾ ਵਰਤਾਰਾ ਵਰਤ ਗਿਆ ਹੈ। ਹੁਣ ਸਿੱਖ ਦਾ ਸਿਰ ਨਹੀਂ ਇਹ ਰਹਿ ਗਿਆ, ਇਹ ਸਿੱਖ ਗੁਰੂ ਦਾ ਹੋ ਗਿਆ ਹੈ। ਤੋ ਇਹ ਭਾਵ ਹੈ ਭਾਈ, ਜੋ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰਨ ਤੋਂ ਭਾਵ ਹੈ, ਸਿੱਖੀ ਲੈਣ ਤੋਂ ਭਾਵ ਹੈ ਕਿ ਆਪਾ ਸਮਰਪਣ ਕਰ ਦੇਣਾ। ਹੁਣ ਆਪਣਾ ਆਪ ਸਮਰਪਣ ਕਰਨਾ ਸੰਗਤ ਜੀ ਇਹ ਵੀ ਬੜਾ ਦੁਰਲੱਭ ਹੈ। ਕਬੀਰ ਸਾਹਿਬ ਜੀ ਦੇ ਬਚਨ ਆਉਂਦੇ, ਕਬੀਰ ਕਹਿੰਦੇ, ਸਾਹਿਬ ਕਬੀਰ ਸਾਹਿਬ ਜੀ ਆਖਦੇ, ਕਹਿੰਦੇ ਮਨੁੱਖ ਦੁਨੀਆ ਦੇ ਵਿੱਚ ਬੜਾ ਕੁਝ ਛੱਡਦਾ ਹੈ, ਬਹੁਤ ਕੁਝ ਨੂੰ ਛੱਡਣਾ ਪੈਂਦਾ ਅਤੇ ਬਹੁਤ ਕੁਝ ਅੱਗੇ ਹੋਰ ਨਵਾਂ ਵੀ ਗ੍ਰਹਿਣ ਕਰਨਾ ਪੈਂਦਾ। ਆਪਾਂ ਦੇਖਦੇ ਹਾਂ ਪਰਿਵਾਰਕ ਰਿਸ਼ਤੇ ਆਪਣੇ, ਜੇ ਲੜਕੀ ਹੈ ਉਹਨੂੰ ਆਪਣਾ ਪੇਕਾ ਘਰ ਛੱਡਣਾ ਪੈਂਦਾ, ਸਾਰਾ ਕੁਝ ਛੱਡ ਕੇ ਸਹੁਰੇ ਆ ਕੇ, ਸਹੁਰੇ ਘਰ ਵਿੱਚ ਆ ਕੇ ਵਸਣਾ ਪੈਂਦਾ। ਮਨੁੱਖ ਹੈ ਉਹਨੂੰ ਕਈ ਗਾਂਹ ਤੋਂ ਗਾਂਹ ਅੱਗੇ ਵਧਣ ਵਾਸਤੇ ਪਿਛਲੇ ਪੈਂਡੇ ਛੱਡਣੇ ਪੈਂਦੇ ਨੇ, ਤਾਂ ਅੱਗੇ ਤਰੱਕੀਆਂ ਦੇ ਪਹੁੰਚਦਾ ਹੈ। ਤੋ ਕਈ ਮਨੁੱਖ ਸਾਧ ਸੰਗਤ ਜੀ ਫਿਰ ਸੰਸਾਰ ਤੋਂ ਉਪਰਾਮ ਹੋ ਕੇ ਘਰ ਛੱਡ ਜਾਂਦੇ, ਕਈ ਗ੍ਰਸਤੀ ਜ਼ਿੰਦਗੀ ਨੂੰ ਛੱਡ ਜਾਂਦੇ, ਕਈ ਮਨੁੱਖ ਪੈਸਾ ਧੇਲਾ ਛੱਡ ਜਾਂਦੇ, ਕਈ ਰਾਜੇ ਰਾਜ ਭਾਗ ਛੱਡ ਕੇ ਚਲੇ ਜਾਂਦੇ ਨੇ। ਅਤੇ ਮਨੁੱਖਾਂ ਦੇ ਅੰਦਰ ਇਸ ਗੱਲ ਦਾ ਬੜਾ ਪ੍ਰਭਾਵ ਪੈ ਜਾਂਦਾ ਕਿ ਜੀ ਫਲਾਣੇ ਨੇ ਆਪਣਾ ਘਰ ਛੱਡ ਦਿੱਤਾ, ਬੜਾ ਵੱਡਾ ਤਿਆਗੀ ਹੈ। ਪਰ ਕਬੀਰ ਜੀ ਕਹਿੰਦੇ ਮੈਂ ਇਹਨਾਂ ਨੂੰ ਤਿਆਗੀ ਨਹੀਂ ਮੰਨਦਾ ਹਾਂ। ਉਹਨਾਂ ਦੇ ਪਾਵਨ ਬੋਲ, ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਮਰ ਗਲੇ, ਮਾਨ ਸਭੇ ਕਉ ਖਾਏ। ਕਹਿੰਦੇ ਜੇ ਮਾਇਆ ਦਾ ਤਿਆਗ ਕਰ ਦਿੱਤਾ ਮਨੁੱਖ ਤਾਂ ਕੀ ਬਾਤ ਹੋ ਗਈ। ਮਾਇਆ ਛੱਡ ਕੇ ਵੀ ਮਾਇਆ ਦਾ ਮਾਣ ਬੰਦਾ ਨਹੀਂ ਛੱਡ ਪਾਉਂਦਾ ਹੈ। ਮਾਇਆ ਤਾਂ ਛੱਡ ਦਿੱਤੀ ਪਰ ਮਾਇਆ ਦਾ ਮਾਣ ਆ ਜਾਂਦਾ ਵੀ ਮੈਂ ਇੰਨੀ ਮਾਇਆ ਸੀ ਅਤੇ ਉਹਦਾ ਤਿਆਗ ਕਰ ਦਿੱਤਾ, ਉਹ ਮਾਇਆ ਛੱਡੀ, ਇਹ ਵੀ ਮਾਇਆ ਦਾ ਹੀ ਮਾਣ ਆ ਗਿਆ। ਅਤੇ ਛੱਡਣਾ ਕੀ ਸੀ? ਮਹਾਰਾਜ ਕਹਿੰਦੇ ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਬਿਨਾਂ ਮੈਂ ਛੱਡੀ ਤੋਂ ਬੰਦਾ ਤਿਆਗੀ ਕਿਵੇਂ ਹੋ ਸਕਦਾ? ਤਿਆਗੀ ਹੋ ਹੀ ਨਹੀਂ ਸਕਦਾ। ਅਤੇ ਜੋ ਗੁਰੂ ਮਹਾਰਾਜ ਜੀ ਨੇ ਸਿੱਖਾਂ ਦੇ ਸਿਰ ਲਏ, ਇਹ ਕੀ ਸੀ? ਮੈਂ ਛੱਡਣ ਦਾ ਭਾਵ ਸੀ। ਅਤੇ ਉਹਨਾਂ ਪੰਜਾਂ ਪਿਆਰਿਆਂ ਵਰਗੇ ਕੋਈ ਤਿਆਗੀ ਨਹੀਂ ਦੁਨੀਆ ਦੇ ਅੰਦਰ। ਆਮ ਆਪਾਂ ਸੁਣਦੇ ਫਲਾਣੇ ਬੜੇ ਵੱਡੇ ਤਿਆਗੀ ਹੋਏ ਰਿਸ਼ੀ ਮੁਨੀ, ਫਲਾਣੇ ਬੜੇ ਵੱਡੇ ਦਾਨੀ ਹੋਏ, ਪਰ ਉਹਨਾਂ ਪੰਜਾਂ ਪਿਆਰਿਆਂ ਵਰਗਾ ਕਿਹੜਾ ਦਾਨੀ ਅਤੇ ਪੰਜਾਂ ਪਿਆਰਿਆਂ ਵਰਗਾ ਕਿਹੜਾ ਭਾਈ ਕੋਈ ਤਿਆਗੀ ਹੋਇਆ ਦੱਸੋ? ਜਿਨ੍ਹਾਂ ਨੇ ਆਪਾ ਹੀ ਸਮਰਪਣ ਕਰ ਦਿੱਤਾ ਗੁਰੂ ਨੂੰ, ਹਉਮੈ ਹੀ ਛੱਡ ਦਿੱਤੀ ਹੈ ਸਾਰੀ, ਸਿਰ ਹੀ ਦੇ ਦਿੱਤਾ ਅਤੇ ਬਾਕੀ ਰਹਿ ਕੀ ਗਿਆ? ਕੁਝ ਵੀ ਨਹੀਂ। ਤਾਂ ਕਰਕੇ ਇੱਥੇ ਕਹਿ ਰਹੇ ਭਾਈ ਗੁਰਦਾਸ ਸਾਹਿਬ ਜੀ ਵੀ ਜਿਹੜੀ ਸਿੱਖੀ ਹੈ ਭਾਈ ਇਹ ਬੜੀ ਅਮੋਲਕ ਹੈ, ਮੁੱਲ ਨਾ ਮਿਲੇ। ਇਹ ਮੁੱਲ ਨਹੀਂ ਮਿਲਦੀ ਹੈ ਕਿਸੇ ਚੀਜ਼ ਦੇ ਬੱਟੇ ਵੀ ਮੈਂ ਆਹ ਪੁੰਨ ਕੀਤਾ ਜਾਂ ਮੈਂ ਆਹ ਕੰਮ ਕੀਤਾ ਅਤੇ ਮੈਨੂੰ ਹੁਣ ਸਿੱਖੀ ਮਿਲ ਜਾਏਗੀ। ਕਹਿੰਦੇ ਇੱਦਾਂ ਨਹੀਂ ਸਿੱਖੀ ਮਿਲਦੀ। ਇਹ ਤਾਂ ਆਪਣਾ ਤਨ ਮਨ ਧਨ ਸਭ ਸੌਂਪਣਾ ਪੈਂਦਾ ਗੁਰੂ ਨੂੰ। ਜਦੋਂ ਆਪਣਾ ਤਨ ਮਨ ਧਨ ਸਾਰਾ ਸੌਂਪ ਦਿੱਤਾ ਜਾਵੇ
ਤਾਂ ਫਿਰ ਗੁਰੂ ਕੀ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਇੱਦਾਂ ਨਹੀਂ, ਉੱਦਾਂ ਤਾਂ ਸੰਗਤ ਦੀ ਦੁਨੀਆ ਵਿੱਚ ਵੇਖਣ ਨੂੰ ਤਾਂ ਬਥੇਰੇ ਸਿੱਖ ਤੁਰੇ ਫਿਰਦੇ ਹੈ, ਪਰ ਉਹਨਾਂ ਦੇ ਵਿੱਚੋਂ ਗੁਰੂ ਕੇ ਸਿੱਖ ਕਿੰਨੇ ਹੈ ਉਹ ਫਿਰ ਉਂਗਲਾਂ 'ਤੇ ਗਿਣੇ ਜਾ ਸਕਦੇ ਹੈ। ਪੋਟਿਆਂ 'ਤੇ ਗਿਣਨ ਵਾਲੇ ਹੋਣੇ ਟਾਵੇਂ ਟਾਵੇਂ ਹੋਣਗੇ। ਉੱਦਾਂ ਤਾਂ ਦੇਖਾ ਦੇਖੀ ਸਿੱਖੀ 5 ਤਰ੍ਹਾਂ ਦੀ ਜਿਵੇਂ ਕਥਨ ਕੀਤੀ ਇਤਿਹਾਸ ਵਿੱਚ, ਵੀ ਇੱਕ ਤਾਂ ਦੇਖਾ ਦੇਖੀ ਦੀ ਸਿੱਖੀ ਹੈ, ਕਿਸੇ ਨੂੰ ਦੇਖ ਕੇ ਸਿੱਖ ਬਣ ਜਾਣਾ, ਹੋਰ ਅੰਦਰੋਂ ਗੁਰੂ ਨਾਲ ਪ੍ਰੇਮ ਭਾਵ ਕੋਈ ਨਹੀਂ ਹੈ, ਗੁਰੂ 'ਤੇ ਭਰੋਸਾ ਕੋਈ ਨਹੀਂ, ਬਸ ਦੇਖਿਆ ਅਤੇ ਸਿੱਖ ਬਣ ਗਏ। ਜਦੋਂ ਮਨ ਬਦਲਿਆ ਅਤੇ ਸਿੱਖੀ ਤਿਆਗਤੀ, ਉਹ ਕਾਹਦਾ ਸਿੱਖ ਬਣਿਆ। ਫਿਰ ਇਸੇ ਤਰ੍ਹਾਂ ਦੂਜਾ ਹੈ ਸਾਧ ਸੰਗਤ ਜੀ, ਦੇਖਾ ਦੇਖੀ ਦੀ ਇੱਕ ਭੇਖੀ ਦੀ ਹੈ, ਅਤੇ ਇੱਕ ਸਾਧ ਸੰਗਤ ਜੀ ਹਿਰਸ ਦੀ ਸਿੱਖੀ ਹੈ, ਇੱਕ ਧੰਦੇ ਦੀ ਸਿੱਖੀ ਹੈ। ਧੰਦੇ ਕਰਕੇ ਸਿੱਖ ਬਣ ਜਾਣਾ, ਜਦੋਂ ਧੰਦਾ ਕੰਮ ਹੋ ਗਿਆ ਅਤੇ ਮੁੜ ਕੇ ਸਿੱਖੀ ਛੱਡ ਜਾਣੀ। ਕਈ ਬੰਦੇ ਹੁੰਦੇ ਆ ਨਾ, ਜਿਵੇਂ ਕਿ ਇਹਦਾ ਕੰਮ ਕੋਈ ਅੜਿਆ ਹੋਵੇ, ਕਿਸੇ ਗੁਰਸਿੱਖਾਂ ਪਾਸੋਂ ਅਰਦਾਸ ਬੇਨਤੀ ਕਰਾਉਂਦੇ, ਉਹ ਕਹਿੰਦੇ ਭਾਈ ਜੇ ਤੁਸੀਂ ਗੁਰੂ ਕੇ ਘਰੋਂ ਆਹ ਦਾਤ ਲੈਣੀ ਹੈ ਤਾਂ ਗੁਰੂ ਵਾਲੇ ਬਣੋ। ਉਹ ਕਹਿੰਦੇ ਠੀਕ ਹੈ ਜੀ, ਬਣ ਜਾਵਾਂਗੇ। ਇਹ ਬਚਨ ਕਰ ਜਾਂਦੇ ਕਈ, ਪਰ ਜਦੋਂ ਉਹਨਾਂ ਦਾ ਕੰਮ ਨਿਕਲ ਜਾਂਦਾ ਅਤੇ ਫਿਰ ਸਾਧ ਸੰਗਤ ਜੀ ਉਹ ਕੁਝ ਨਹੀਂ ਵੇਖਦੇ, ਕਿਸੇ ਤਰ੍ਹਾਂ ਕਰਕੇ ਵੀ ਕੌਣ ਗੁਰੂ ਹੈ ਜਾਂ ਕੌਣ ਹੈ, ਕੀ ਲੈਣਾ ਕੀ ਦੇਣਾ, ਕੁਝ ਨਹੀਂ, ਛੱਡ ਜਾਂਦੇ ਨੇ। ਕਈ ਤਾਂ ਆਪਣੀਆਂ ਅਰਦਾਸਾਂ ਬੇਨਤੀਆਂ ਕਰਾ ਕੇ ਮੁੜ ਕੇ ਕਹਿ ਲਓ ਕਿ ਗੁਰਦੁਆਰੇ ਹੀ ਨਹੀਂ ਵੜਦੇ। ਇਹੋ ਜਿਹੇ ਵੀ ਕਈਆਂ ਦੇ ਸੁਭਾਅ ਬਣ ਜਾਂਦੇ ਹਨ। ਤਾਂ ਕਰਕੇ ਭਾਈ ਸਿੱਖੀ ਜਿਹੜੀ ਹੈ ਨਾ ਬੜੀ ਅਮੋਲਕ, ਉਹ ਦੇਖਾ ਦੇਖੀ ਦੀ, ਧੰਦੇ ਦੀ ਅਤੇ ਹਿਰਸ ਦੀ ਉਹ ਨਹੀਂ ਪ੍ਰਵਾਨ ਹੈ। ਇੱਕ ਹੈ ਸਾਧ ਸੰਗਤ ਜੀ ਕਹਿ ਲਓ ਸਿੱਖੀ ਭਾਵਨਾ ਦੀ ਅਤੇ ਸਿੱਖੀ ਸਿਦਕ ਦੀ। ਇਹ ਦੋ ਤਰ੍ਹਾਂ ਦੀ ਸਿੱਖੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਜਿਹੜੇ ਭਾਵਨਾ ਦੇ ਨਾਲ ਕਮਾਈ ਕਰਦੇ ਹੈ ਔਰ ਜਿਹੜੇ ਗੁਰੂ ਘਰ ਦੇ ਵਿੱਚ ਆ ਕੇ ਸਿਦਕ ਰੱਖਦੇ ਹੈ, ਉਹ ਗੁਰੂ ਦੇ ਘਰ ਵਿੱਚ ਫਿਰ ਪ੍ਰਵਾਨ ਹੁੰਦੇ ਨੇ। ਇਹ ਭਾਵਨਾ ਰੱਖਣੀ, ਇਹ ਸਿਦਕ ਰੱਖਣਾ, ਇਹ ਆਪਣਾ ਆਪਾ ਸਮਰਪਣ ਕਰਨ ਦੇ ਵਿੱਚ ਹੀ ਆ ਜਾਂਦੇ। ਜਿੱਥੇ ਆਪਾ ਸਮਰਪਣ ਹੋ ਗਿਆ ਉੱਥੇ ਹੀ ਭਾਈ ਸਿਦਕ ਰੱਖੇਗਾ ਨਾ ਕੋਈ ਬੰਦਾ, ਅਤੇ ਉਹਦੇ ਅੰਦਰ ਹੀ ਭਾਵਨਾ ਹੀ ਪ੍ਰਗਟ ਹੋਵੇਗੀ। ਜਿਹਨੇ ਆਪਣਾ ਮੈਂ ਮੇਰੀ ਛੱਡੀ ਹੋਈ ਹੈ, ਅਤੇ ਜਿਹਦੇ ਅੰਦਰ ਮੈਂ ਮੇਰੀ, ਉਹਦੇ ਅੰਦਰ ਭਾਵਨਾ ਕਿੱਥੋਂ ਆ ਸਕਦੀ ਹੈ। ਤੋ ਇੱਦਾਂ ਭਾਈ ਇਹ ਜੋ ਸਿੱਖੀ ਹੈ ਬੜੀ ਅਮੋਲਕ ਹੈ। ਇਹ ਕਿਸੇ ਪੈਸੇ ਦੇ ਵੱਟੇ ਮੁੱਲ ਨਹੀਂ ਮਿਲਦੀ ਹੈ, ਨਾ ਕੀਮਤ ਪਾਈ ਹੈ, ਨਾ ਹੀ ਕਿਸੇ ਤਰ੍ਹਾਂ ਕਰਕੇ ਕੋਈ ਕੀਮਤ ਪਾਈ ਜਾ ਸਕਦੀ ਹੈ ਸਿੱਖੀ ਦੀ। ਪੁਰਾਣੇ ਸਮੇਂ ਬੜੇ ਬੜੇ ਲਾਲਚ ਸਿੱਖਾਂ ਨੂੰ ਦਿੱਤੇ ਜਾਂਦੇ ਰਹੇ ਸੀ, ਪਰ ਸਿੱਖ ਪੈਰ ਦੀ ਜੁੱਤੀ ਦੀ ਨੋਕ ਦੇ ਨਾਲ ਹੀ ਠੁੱਡਾ ਮਾਰ ਕੇ ਉਹਨਾਂ ਸੁੱਟ ਦਿੰਦੇ ਸੀ। ਕਹਿੰਦੇ ਜੋ ਤੁਹਾਡੇ ਜਿਹੜੇ ਲਾਲਚ ਹੈ ਇਹ ਤਾਂ ਸਾਡੀ ਜੁੱਤੀ ਦੀ ਠੋਕਰ ਦੇ ਹੀ ਕਹਿ ਲਓ ਕਿ ਕੰਮ ਆਉਣ ਵਾਲੇ, ਇਹਦੋਂ ਪਰੇ ਨਹੀਂ। ਵੱਡੇ ਵੱਡੇ ਲਾਲਚਾਂ ਨੂੰ ਜੁੱਤੀਆਂ ਦੀ ਠੋਕਰਾਂ ਮਾਰ ਕੇ ਸੁੱਟ ਦੇਣਾ, ਇਹ ਸੀ ਨਾ ਸਿੱਖੀ ਵੀ ਬੜੀ ਅਮੋਲਕ ਹੈ। ਤੁਹਾਡੇ ਲਾਲਚ ਸਾਡੀ ਸਿੱਖੀ ਨਹੀਂ ਖਰੀਦ ਸਕਦੇ ਹਨ। ਸਾਡੀ ਸਿੱਖੀ ਤਾਂ ਕੇਸਾਂ ਸੁਆਸਾਂ ਸੰਗ ਨਿਭੇਗੀ। ਨਿੱਤ ਆਪਾਂ ਸੰਧਿਆ ਦੇ ਸਮੇਂ ਉਹਨਾਂ ਗੁਰਸਿੱਖਾਂ ਦੇ ਇਤਿਹਾਸ, ਸ਼ਹੀਦਾਂ ਦੇ ਇਤਿਹਾਸ ਸੁਣ ਰਹੇ ਹਾਂ। ਤੋ ਇੱਦਾਂ ਕਰਕੇ ਭਾਈ ਗੁਰਦਾਸ ਜੀ ਇੱਥੇ ਕਹਿੰਦੇ ਹੈ ਮੁੱਲ ਨਾ ਮਿਲੇ ਅਮੋਲ। ਜਿਹੜੀ ਅਮੋਲਕ ਸਿੱਖੀ ਹੈ ਇਹ ਮੁੱਲ ਨਹੀਂ ਮਿਲ ਸਕਦੀ, ਨਾ ਕੀਮਤ ਪਾਈ ਹੈ, ਨਾ ਹੀ ਇਹਦੀ ਭਾਈ ਕੋਈ ਕੀਮਤ ਪਾਈ ਜਾ ਸਕਦੀ ਹੈ। ਦੂਜਾ ਪਰਮਾਤਮਾ ਦਾ ਜਿਹੜਾ ਰਸਤਾ ਹੈ ਜਾਂ ਪਰਮਾਤਮਾ ਦੀ ਪ੍ਰਾਪਤੀ ਹੈ ਭਾਈ, ਉਹ ਵੀ ਮੁੱਲ ਨਹੀਂ ਮਿਲਦੀ, ਉਹਦੀ ਵੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਹੈ। ਪਾਏ ਤਰਾਜੂ ਤੋਲ ਨਾ ਅਤੁੱਲ ਤੁਲਾਈਐ। ਕਹਿੰਦੇ ਫਿਰ ਜੇ ਕੋਈ ਬੰਦਾ ਆਖੇ ਚਲੋ ਮੁੱਲ ਨਹੀਂ ਮਿਲਦੀ ਤਾਂ ਆਪਾਂ ਤੋਲ ਦਿੰਦੇ ਹਾਂ, ਤੋਲੀ ਤਾਂ ਜਾ ਸਕਦੀ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਭਾਈ ਕਿਸੇ ਤੱਕੜੀ ਵਿੱਚ ਵਸਤੂ ਤੋਲੀ ਜਾਂਦੀ ਹੈ ਨਾ, ਇੱਦਾਂ ਤੱਕੜੀ 'ਚ ਪਾ ਕੇ ਅਤੇ ਇਹ ਤੋਲੀ ਜਾਣ ਵਾਲੀ ਵੀ ਨਹੀਂ ਹੈ, ਨਾ ਅਤੁੱਲ ਤਲਾ, ਕਿਉਂਕਿ ਇਹ ਤੋਲਣ ਤੋਂ ਵੀ ਪਰੇ ਹੈ ਅਤੇ ਕਿਸੇ ਤਰ੍ਹਾਂ ਕਰਕੇ ਭਾਈ ਤੋਲੀ ਵੀ ਨਹੀਂ ਜਾ ਸਕਦੀ ਹੈ। ਪਾਕ ਜੇ ਕੋਈ ਬੰਦਾ ਆਪਣੀ ਬੁੱਧ ਦੇ ਨਾਲ ਅਨੁਮਾਨ ਲਾਵੇ ਸਿੱਖੀ ਦਾ, ਤਾਂ ਉਹ ਆਪਣੀ ਬੁੱਧ ਦੇ ਨਾਲ ਅਨੁਮਾਨ ਵੀ ਪੂਰਾ ਨਹੀਂ ਲਾ ਸਕਦਾ। ਅਨੁਮਾਨ ਲਾਉਣ ਵਾਸਤੇ ਕੁਝ ਪ੍ਰਮਾਣ ਚਾਹੀਦੇ ਹੁੰਦੇ ਹੈ, ਅਤੇ ਸ਼ਾਸਤਰਾਂ ਆਦਿਕਾਂ ਦੇ ਜੇ ਪ੍ਰਮਾਣ ਵੀ ਲੈ ਲਵੇ, ਇਹ ਵੱਟੇ ਪਾ ਲਵੇ,
ਤਦ ਵੀ ਭਾਈ ਪ੍ਰਮਾਤਮਾ ਨੂੰ ਜਾਂ ਉਹ ਪ੍ਰਮਾਤਮਾ ਦੇ ਨਾਮ ਨੂੰ ਜਾਂ ਸਿੱਖੀ ਦੇ ਰਸਤੇ ਨੂੰ ਤੋਲਿਆ ਨਹੀਂ ਜਾ ਸਕਦਾ ਹੈ। ਨਿਜ ਕਰ ਤਖਤ ਅਡੋਲ, ਨਾ ਡੋਲ ਡੁਲਾਈਐ। ਫਿਰ ਅੱਗੇ ਫਰਮਾਉਂਦੇ ਹੈ, ਨਿਜ ਘਰ, ਜੋ ਨਿਜ ਸਰੂਪ ਰੂਪੀ ਘਰ ਹੈ, ਇਹਦੇ ਦੁਆਰਾ ਅੱਗੇ ਇਹ ਕਹਿ ਲਓ ਤੁਰੀਆ ਪਦ ਰੂਪੀ ਜਿਹੜਾ ਤਖਤ ਹੈ, ਇਹ ਵੀ ਭਾਈ ਅਡੋਲ ਹੈ, ਡੋਲਣ ਤੋਂ ਰਹਿਤ ਹੈ। ਅਤੇ ਜਿਹੜੇ ਗੁਰਮੁਖ ਨੇ ਉਹ ਆਪਣੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਰਹਿੰਦੇ ਅਤੇ ਤੁਰੀਆ ਪਦ ਰੂਪੀ ਅਡੋਲ ਤਖਤ ਦੇ ਉੱਤੇ ਚੜ੍ਹੇ ਹੋਏ ਨੇ, ਜਿਹਦੇ ਕਰਕੇ ਉਹ ਸਾਧ ਸੰਗਤ ਜੀ ਕਦਾ ਚਿੱਤ ਵੀ ਗੁਰਮੁਖ ਜਨ ਡੋਲਦੇ ਨਹੀਂ ਕਿਸੇ ਦੇ ਡੁਲਾਇਆ ਹੋਇਆਂ ਆਪਣੇ ਸਿੱਖੀ ਦੇ ਮਾਰਗ ਤੋਂ। ਇਹ ਰੱਬ ਦੇ ਪਿਆਰੇ ਹੈ, ਗੁਰੂ ਕੇ ਸਿੱਖ ਹੈ, ਗੁਰਮੁਖ ਹੈ। ਉਹਨਾਂ ਨੂੰ ਨਾ ਕੋਈ ਮਨੁੱਖ ਕਹਿ ਲਓ ਤਲਵਾਰ ਦੇ ਜ਼ੋਰ ਦੇ ਨਾਲ ਡੁਲਾ ਸਕਿਆ, ਕੋਈ ਯੋਧਾ ਸ਼ਸਤਰਧਾਰੀ ਜਿਹੜਾ ਜ਼ਾਲਮ ਕਰਨ ਵਾਲਾ ਸੀ, ਜ਼ੁਲਮੀ ਦਾ, ਅਤੇ ਨਾ ਹੀ ਕੋਈ ਲਾਲਚ ਦੇ ਕਰਕੇ ਡੁਲਾ ਸਕਿਆ। ਪੁਰਾਣੇ ਗੁਰਸਿੱਖਾਂ ਦੇ ਜੀਵਨ ਪੜ੍ਹੀਏ, ਵਾਚੀਏ, ਸਾਨੂੰ ਸਮਝ ਕਿੰਨਾ ਉਹਨਾਂ ਲਾਲਚ ਵੀ ਦਿੱਤਾ, ਕਿੰਨੇ ਕਿੰਨੇ ਉਹਨਾਂ ਡਰਾਵੇ ਵੀ ਦਿੱਤੇ ਨੇ, ਪਰੰਤੂ ਉਸ ਆਪਣੇ ਸਿੱਖੀ ਮਾਰਗ ਤੋਂ ਡਰੇ। ਹਾਂ, ਅੱਜ ਦੇ ਬੜੇ ਜਿਹੜੇ ਸਿੱਖ ਹੈ, ਇਹ ਥੋੜ੍ਹੇ ਜਿਹੇ ਪੈਸੇ ਕਰਕੇ ਉੱਧਰ ਭੱਜ ਜਾਂਦੇ, ਕੋਈ ਉੱਧਰ ਭੱਜ ਜਾਂਦਾ ਹੈ। ਇਹ ਅਸਲ ਵਿੱਚ ਸਿੱਖ ਹੈ ਹੀ ਨਹੀਂ। ਕੇਵਲ ਤੇ ਇਹਨਾਂ ਨੇ ਸਿੱਖੀ ਦਾ ਲਿਬਾਸ ਹੀ ਪਹਿਨਿਆ ਸੀ, ਅੰਦਰ ਸਿੱਖਾਂ ਵਾਲੀ ਕੋਈ ਗੱਲ ਨਹੀਂ ਸੀ। ਉਹ ਜਿਵੇਂ ਆਪਾਂ ਇੱਕ ਕਹਾਣੀ ਸੁਣੀ ਸੀ ਨਾ ਮਹਾਰਾਜ ਦਸਮ ਪਾਤਸ਼ਾਹ ਜੀ ਦੀ, ਵੀ ਸਤਿਗੁਰਾਂ ਨੇ ਇੱਕ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਵਾ ਦਿੱਤੀ ਸੀ, ਅਤੇ ਉਹਨੂੰ ਵੇਖ ਕੇ ਲੋਕ ਡਰ ਕੇ ਭੱਜ ਜਾਣ। ਪਰ ਸ਼ੇਰ ਨੇ ਸ਼ੇਰ ਦੀ ਖੱਲ ਤਾਂ ਪਾ ਲਈ, ਪਰ ਅੰਦਰ ਸੁਭਾਅ ਤਾਂ ਖੋਤੇ ਵਾਲਾ ਹੀ ਸੀ ਨਾ ਉਹਦਾ। ਉਹ ਖੋਤਿਆਂ ਦੀ ਡਾਰ ਲੰਘੀ ਅਤੇ ਉਹਨੂੰ ਵੇਖ ਕੇ ਹਿਣਕ ਪਿਆ, ਅਤੇ ਲੋਕਾਂ ਨੇ ਫਿਰ ਡਾਂਗਾ ਮਾਰ ਮਾਰ ਕੇ ਕਹਿੰਦੇ ਉਹਦਾ ਬੁਰਾ ਹਾਲ ਕਰ ਦਿੱਤਾ ਸੀ। ਤੋ ਭਾਵ ਮਹਾਰਾਜ ਨੇ ਸਿੱਖਿਆ ਦਿੱਤੀ ਕਿ ਗੁਰਸਿੱਖੋ, ਆਹ ਜੋ ਸਿੱਖੀ ਦਾ ਲਿਬਾਸ ਹੈ, ਇਹ ਸ਼ੇਰਾਂ ਵਾਲਾ ਲਿਬਾਸ ਹੈ। ਅਤੇ ਜੇ ਸ਼ੇਰਾਂ ਵਾਲਾ ਲਿਬਾਸ ਪਾ ਲਿਆ ਤਾਂ ਫਿਰ ਸੁਭਾਅ ਵੀ ਆਪਣੇ ਸ਼ੇਰਾਂ ਵਰਗੇ ਤੁਹਾਨੂੰ ਕਰਨੇ ਪੈਣਗੇ। ਮਤਾਂ ਕਿਤੇ ਪਹਿਲਾਂ ਜਿਵੇਂ ਖੋਤੇ ਦੇ ਸੁਭਾਅ ਵਾਂਗ ਤੁਹਾਡੇ ਗਲਤ ਸੁਭਾਅ ਸੀ, ਅਤੇ ਸਿੱਖੀ ਲਿਬਾਸ ਪਾ ਕੇ ਵੀ ਉਹੀ ਵਿਕਾਰਾਂ ਵਾਲੇ, ਉਹੀ ਵਿਸ਼ਿਆਂ ਵਾਸ਼ਨਾ ਵਾਲੇ ਅਤੇ ਕੰਮ ਦਿਲੀ ਵਾਲੇ ਜਿਹੜੇ ਸੁਭਾਅ ਨੇ, ਉਹ ਹੀ ਉੱਦਾਂ ਹੀ ਰਹਿ ਜਾਣਗੇ, ਅਤੇ ਫਿਰ ਤੁਹਾਡੀ ਸਿੱਖੀ ਧਾਰੀ ਹੋਈ ਸਫਲ ਹੀ ਨਹੀਂ ਹੈ। ਉਹ ਦੇਖਾ ਦੇਖੀ ਧੰਦੇ ਹਿਰਸ ਦੇ ਵਿੱਚ ਹੀ ਆ ਜਾਵੇਗੀ। ਇਸ ਕਰਕੇ ਭਾਈ ਜਿਹੜਾ ਗੁਰਮੁਖਾਂ ਦਾ ਜੀਵਨ ਹੈ, ਗੁਰਮੁਖਾਂ ਦਾ ਪੰਥ ਹੈ ਸਿੱਖੀ, ਇਹ ਕਿਸੇ ਤਰ੍ਹਾਂ ਵੀ ਭਾਈ ਡੋਲਦੀ ਨਹੀਂ, ਨਾ ਹੀ ਕਿਸੇ ਤਰ੍ਹਾਂ ਡਲਾਇਆ ਹੋਇਆ ਇਹਨੂੰ ਕੋਈ ਡਲਾ ਹੀ ਸਕਦਾ ਹੈ। ਉਹ ਅੱਜ ਵੀ ਦੇਖੋ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਮਜ਼ਬੂਤ ਖਲੋਤੇ ਹੋਏ ਨੇ। ਬੜਾ ਯਤਨ ਕੀਤਾ ਉਹਨਾਂ ਨੂੰ ਡਲਾਉਣ ਦਾ, ਗੁੱਸੇ ਦੇ ਨਾਲ ਉਹਨਾਂ ਨੂੰ ਝਿੜਕਿਆ, ਮਾਰਿਆ, ਅਤੇ ਭੁੱਖਾ ਧਿਆਇਆ ਰੱਖ ਕਰਕੇ ਠੰਡ ਦੇ ਤਸੀਹੇ ਵੀ ਦਿੱਤੇ, ਹੋਰ ਅਨੇਕਾਂ ਤਰ੍ਹਾਂ ਕਰਕੇ ਤਾੜਨਾ ਕੀਤੀਆਂ, ਇੱਥੋਂ ਤੱਕ ਕਿ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ, ਪਰੰਤੂ ਉਹ ਰੱਤਾ ਭਰ ਵੀ ਡੋਲੇ ਨਾ। ਡਲਾਉਣ ਦਾ ਯਤਨ ਕੀਤਾ ਪਰ ਡੋਲੇ ਨਹੀਂ। ਜੇ ਸਾਹਿਬਜ਼ਾਦੇ ਡੋਲ ਜਾਂਦੇ ਤਾਂ ਫਿਰ ਸਿੱਖੀ ਦਾ ਮਹੱਲ ਕਦੋਂ ਦਾ ਡਿੱਗ ਜਾਂਦਾ, ਪਰ ਉਹ ਡੋਲਣ ਵਾਲੇ ਹੈ ਹੀ ਨਹੀਂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਖੂਨ ਸੀ, ਉਹ ਕਿੱਥੇ ਡੋਲ ਜਾਵੇ। ਅਤੇ ਉਹ ਨੀਹਾਂ ਦੇ ਵਿੱਚ ਜਾ ਕੇ ਖਲੋ ਗਿਆ ਵੀ ਇਹ ਸਾਨੂੰ ਡਲਾਉਣਾ ਚਾਹੁੰਦੇ ਹੈ, ਅਸੀਂ ਸਿੱਖੀ ਦਾ ਮਹਿਲ ਇੰਨਾ ਮਜ਼ਬੂਤ ਕਰ ਦਿਆਂਗੇ ਵੀ ਇਹਨੂੰ ਕੋਈ ਸੁੱਟ ਨਹੀਂ ਸਕੇਗਾ, ਢਾਹ ਹੀ ਨਹੀਂ ਸਕੇਗਾ। ਉਹ ਨੀਹਾਂ ਦੇ ਵਿੱਚ ਖਲੋ ਗਏ ਜਾ ਕੇ, ਆਪਣੀਆਂ ਕੁਰਬਾਨੀਆਂ ਤਾਂ ਦੇ ਦਿੱਤੀਆਂ, ਪਰ ਰੱਤਾ ਭਰ ਵੀ ਡੋਲੇ ਨਹੀਂ ਉਹਨਾਂ 'ਤੇ। ਉੱਥੇ ਹਾਲਾਂਕਿ ਸਾਰੇ ਪਾਸੇ ਜ਼ਾਲਮੀ ਲੋਕ ਨੇ, ਅਤੇ ਜ਼ਾਲਮ ਲੋਕ ਜਿੱਥੇ ਬਹੁਤੇ ਹੋਣ ਤਾਂ ਬੰਦਾ ਉਵੇਂ ਘਬਰਾ ਕੇ ਉਹਨਾਂ ਦੀ ਗੱਲ ਮੰਨ ਲੈਂਦਾ, ਪਰ ਉਹਨਾਂ ਵਿੱਚ ਐਸੀ ਕੋਈ ਸਾਧ ਸੰਗਤ ਜੀ ਨਹੀਂ ਸੀ ਕੰਮ ਦੇ ਲਈ ਜਿਹੜੇ ਉਹ ਉਹਨਾਂ ਵੱਲ ਦੇਖ ਕੇ ਡੋਲ ਜਾਂਦੇ, ਕਿਉਂਕਿ ਸਿੱਖੀ ਦਾ ਪੰਥ ਹੀ ਐਸਾ ਹੈ। ਤੋ ਗੁਰਮੁਖ ਭਾਈ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਤੁਰੀਆ ਪਦ ਰੂਪੀ ਅਡੋਲ ਤਖਤ ਦੇ ਉੱਤੇ ਬਿਰਾਜੇ ਰਹਿੰਦੇ ਹੈ, ਜਿਹਦੇ ਕਰਕੇ ਕਿਸੇ ਦੇ ਡੁਲਾਏ ਹੋਏ ਕਿਸੇ ਤਰ੍ਹਾਂ ਕਰਕੇ ਵੀ ਡੋਲਦੇ ਨਹੀਂ ਹਨ। ਗੁਰਮੁਖ ਪੰਥ ਨਿਰੋਲ, ਨਾਰ ਲਹਿਰ ਲਾਈਐ। ਗੁਰਮੁਖਾਂ ਦਾ ਪੰਥ ਨਿਰੋਲ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ, ਅਤੇ ਨਾ ਹੀ ਇਹ ਕਿਸੇ ਦੇ ਵਿੱਚ ਰਲਾਇਆ ਹੋਇਆ ਰਲਦਾ ਹੈ। ਮੁਸਲਮਾਨ ਉਹ ਆਪਣੇ ਕਹਿ ਲਓ ਕਿ
ਮੁੱਛਾਂ ਆਦਿਕ ਕੱਟ ਲੈਂਦੇ ਹੈ, ਦਾੜ੍ਹੀ ਆਦਿਕ ਕੱਟ ਲੈਂਦੇ ਹਨ, ਸਿਰ ਦੇ ਉੱਤੇ ਟੋਪੀ ਰੱਖਦੇ ਹੈ। ਜਿਹੜੇ ਹਿੰਦੂ ਲੋਕ ਹੈ ਉਹ ਬਹੁਤੇ ਤਾਂ ਸਾਰਾ ਕੁਝ ਹੀ ਕਹਿ ਲਓ ਕਿ ਦਾੜ੍ਹੀ ਮੁੱਛ ਬਣਾ ਲੈਂਦੇ, ਸਿਰ ਦੇ ਉੱਤੇ ਕੋਈ ਚੋਟੀ ਜੀ ਰੱਖ ਲੈਂਦਾ ਹੈ। ਬੋਧੀਆਂ ਦਾ ਆਪਣਾ ਪਰਖਿਆ ਜਾਂਦਾ ਹੈ। ਜੈਨੀ ਲੋਕ ਜਿਹੜੇ ਹੈ ਉਹ ਸਿਰ ਮੂੰਹ ਬਣਾ ਕੇ ਐਂ ਕੌਣ ਮੌਣ ਹੁੰਦੇ। ਹਰੇਕ ਬੰਦੇ ਵੱਖਰੇ ਵੱਖਰੇ ਨੇ। ਜਿਹੜੇ ਸਿੱਖ ਨੇ ਇਹ ਕਿਸੇ ਦੇ ਵਿੱਚ ਰਲਾਇਆ ਹੋਇਆਂ ਰਲਦੇ ਨਹੀਂ। ਇਹਨਾਂ ਨੂੰ ਮਹਾਰਾਜ ਨੇ ਅਕਾਲੀ ਰੂਪ ਦਿੱਤਾ ਹੋਇਆ ਹੈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਭਾਈ ਜੈਤਾ ਜੀ ਮਹਾਰਾਜ ਜੀ ਦਾ ਸੀਸ ਲੈ ਕੇ ਆਏ ਤਾਂ ਪੁੱਛਿਆ ਕਿ ਭਾਈ ਜੈਤਾ ਜੀ, ਗੁਰੂ ਸਾਹਿਬ ਜੀ ਦਾ ਧੜ ਉੱਥੇ ਸੀ ਅਤੇ ਉੱਥੇ ਦਿੱਲੀ 'ਚ ਕੋਈ ਸਿੱਖ ਨਹੀਂ ਸੀ ਜੋ ਸਾਡੇ ਪਿਤਾ ਜੀ ਦੇ ਧੜ ਨੂੰ ਚੁੱਕ ਕੇ ਲੈ ਜਾਂਦਾ ਉਸ ਸਮੇਂ? ਤਾਂ ਭਾਈ ਜੈਤਾ ਜੀ ਕਹਿੰਦੇ, ਮਹਾਰਾਜ ਸਿੱਖ ਹੈ ਤਾਂ ਬਥੇਰੇ ਸਨ, ਪਰ ਕੋਈ ਪਹਿਚਾਣ ਹੀ ਨਹੀਂ ਸੀ ਸਿੱਖਾਂ ਦੀ ਵੱਖਰੀ। ਅਤੇ ਉਸ ਸਮੇਂ ਫਿਰ ਮਹਾਰਾਜ ਜੀ ਨੇ ਕਿਹਾ ਕਿ ਸਮਾਂ ਆਵੇਗਾ ਅਤੇ ਅਸੀਂ ਇਹਨਾਂ ਸਿੱਖਾਂ ਨੂੰ ਇਹੋ ਜਿਹਾ ਰੂਪ ਦੇ ਦਿਆਂਗੇ ਵੀ ਜਿਹਦੇ ਕਰਕੇ ਸਿੱਖ ਲੁਕਾਇਆ ਹੋਇਆਂ ਲੁਕਣਗੇ ਨਹੀਂ। ਲੱਖਾਂ ਦੇ ਵਿੱਚ ਖਲੋਤਾ ਹੋਇਆ ਇਕੱਲਾ ਵੀ ਵੱਖਰਾ ਹੀ ਪ੍ਰਭਾਵ ਰੱਖਿਆ ਕਰੇਗਾ। ਔਰ ਫਿਰ ਮਹਾਰਾਜ ਜੀ ਨੇ ਸੰਗਤ ਜੀ ਤੋਂ ਅੰਮ੍ਰਿਤ ਛਕਾਇਆ ਹੈ। ਤਾਂ ਫਿਰ ਇਹ ਜਿਹੜਾ ਹੁਣ ਅਕਾਲੀ ਰੂਪ ਹੈ ਆਪਣਾ, ਇਹ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ। ਬਾਣਾ ਸੋਹਣੇ ਦਮਾਲੇ ਉੱਤੇ ਦੀ ਗਾਤਰੇ ਕਿਰਪਾਨ, ਐ ਸ਼ਸਤਰਧਾਰੀ ਸੂਰਬੀਰਾਂ ਵਾਲਾ। ਅਤੇ ਜਿਹੜਾ ਚੋਲਾ ਹੈ ਇਹ ਸੰਤ ਦੀ ਨਿਸ਼ਾਨੀ, ਜਿਹੜੇ ਉੱਤੇ ਸ਼ਸਤਰ ਹੈ ਇਹ ਸਿਪਾਹੀ ਦੀ ਨਿਸ਼ਾਨੀ, ਸੂਰਬੇ ਦੀ ਨਿਸ਼ਾਨੀ। ਸੰਤ ਅਤੇ ਸਿਪਾਹੀ ਨੂੰ ਮਹਾਰਾਜ ਨੇ ਇਕੱਠਿਆਂ ਹੀ ਕਰ ਦਿੱਤਾ। ਤੋ ਐਸਾ ਸੋਹਣਾ ਰੂਪ ਦਿੱਤਾ ਜਿਹੜਾ ਕਿਸੇ ਦੇ ਵਿੱਚ ਰਲਾਇਆ ਹੋਇਆ ਰਲਦਾ ਹੀ ਨਹੀਂ। ਕਈ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਵੱਖਰਾਪਣ ਕੀਤਾ। ਵੱਖਰਾ ਕੀ ਕੀਤਾ ਭਾਈ? ਆਹ ਦੇਖੋ, ਜੋ ਪਹਿਲੇ ਗੁਰੂਆਂ ਵੇਲੇ ਚੱਲਦਾ ਆ ਰਿਹਾ ਸੀ ਉਹਨੂੰ ਹੀ ਇੱਕ ਰੂਪ ਦਿੱਤਾ ਹੈ ਨਾ, ਬਾਹਰ ਪ੍ਰਗਟ ਰੂਪ ਦਿੱਤਾ ਹੈ। ਆ ਭਾਈ ਗੁਰਦਾਸ ਜੀ ਕਹਿ ਰਹੇ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ, ਇਹਦੇ ਵਿੱਚ ਰਲਾਇਆ ਹੋਇਆ ਰਲਦਾ ਹੀ ਹੈ। ਇਹਦਾ ਆਪਣਾ ਆਪ ਰੂਪ ਹੀ ਰਹਿੰਦਾ ਹੈ। ਹਰੇਕ ਚੀਜ਼ ਕਿਸੇ ਦੇ ਵਿੱਚ ਰਲਾ ਦਈਏ ਅਤੇ ਉਹ ਸਾਧ ਸੰਗਤ ਜੀ ਆਪਣਾ ਰੰਗ ਬਦਲ ਜਾਂਦੀ ਹੈ। ਪਰੰਤੂ ਗੁਰਮੁਖਾਂ ਦਾ ਜੀਵਨ ਐਸਾ, ਉਹ ਜਿੱਥੇ ਵੀ ਹੈ ਉੱਥੇ ਆਪਣਾ ਰੂਪ ਆਪ ਹੀ ਰਹਿੰਦੇ ਨੇ, ਉਹ ਕਿਸੇ ਦੇ ਵਿੱਚ ਰਲਾਇਆ ਰਲਦੇ ਨਹੀਂ। ਤੋ ਇੱਦਾਂ ਗੁਰਮੁਖਾਂ ਦਾ ਭਾਈ ਪੰਥ ਬੜਾ ਹੀ ਨਿਰੋਲ ਹੈ, ਅਸੰਗ ਹੈ, ਕਿਸੇ ਦੇ ਵਿੱਚ ਉਹਨਾਂ 'ਚ ਮਿਲਾਵਟ ਵੀ ਨਹੀਂ ਹੈ। ਹਾਂ, ਜੇ ਅੱਜ ਦਾ ਆਪਾਂ ਦੇਖੀਏ ਸਿੱਖ ਅਤੇ ਉਹਦੇ ਵੱਲ ਵੇਖ ਕੇ ਭਰਮਣਾ ਨਹੀਂ, ਕਿਉਂਕਿ ਅੱਜ ਦੇ ਸਿੱਖ ਸਵੇਰੇ ਕੁਝ ਹੋਰ, ਦੁਪਹਿਰੇ ਕੁਝ ਹੋਰ ਅਤੇ ਸ਼ਾਮਾਂ ਨੂੰ ਕੁਝ ਹੋਰ ਬਣ ਜਾਂਦੇ ਨੇ। ਹਾਂ, ਅੱਗੇ ਆਪਾਂ ਇਹ ਵਿਚਾਰ ਕਰ ਲਈਏ ਕਿ ਉਹ ਸਿੱਖ ਹੁੰਦੇ ਕੇਵਲ ਸਿੱਖੀ ਲਿਬਾਸ ਦੇ ਵਿੱਚ ਆਏ ਹੁੰਦੇ ਨੇ, ਭੇਖੀ ਹੁੰਦੇ ਹੈ, ਬਹੁਰੂਪੀਏ ਹੁੰਦੇ ਨੇ। ਕਿਉਂਕਿ ਜਿਹੜੇ ਸਿੱਖ ਹੁੰਦੇ ਉਹ ਤਾਂ ਐਸੇ ਹੁੰਦੇ ਆ ਭਾਈ। ਆਹ ਦੇਖੋ ਭਾਈ ਗੁਰਦਾਸ ਜੀ ਸਾਨੂੰ ਦੱਸ ਰਹੇ ਨੇ ਵੀ ਉਹ ਕਿਸੇ ਦੇ ਵਿੱਚ ਰਲਾਇਆ ਰਲਦੇ ਨਹੀਂ, ਨਿਰੋਲ ਰਹਿੰਦੇ ਨੇ, ਆਪਣੇ ਜੀਵਨ ਨੂੰ ਅਸੰਗ ਰੱਖਦੇ ਹੈ, ਵਿਕਾਰਾਂ ਦੇ ਵਿੱਚ ਨਹੀਂ ਗਰਸੇ ਜਾਂਦੇ, ਲਾਲਚ ਦੇ ਵਿੱਚ ਨਹੀਂ ਫਸਦੇ, ਕਿਸੇ ਨਾਲ ਧੋਖਾ ਨਹੀਂ ਕਰਦੇ। ਉਹ ਆਪਣਾ ਸਾਰਾ ਕੁਝ ਸੁੱਚਾ ਪਵਿੱਤਰ ਹੀ ਜੀਵਨ ਰੱਖਦੇ ਨੇ ਹਰੇਕ ਪੱਖੋਂ ਕਰਕੇ। ਤਾਂ ਹੀ ਤਾਂ ਸੰਗਤ ਜੀ ਸਿੱਖਾਂ ਦੀ ਅੱਜ ਸਾਰੀ ਦੁਨੀਆ ਵਿੱਚ ਜਾਣ ਪਹਿਚਾਣ ਹੈ। ਨਹੀਂ ਤਾਂ ਗਿਣਤੀ ਪੱਖੋਂ ਦੇਖੀਏ ਤਾਂ ਗਿਣਤੀ ਤਾਂ ਬਹੁਤੀ ਨਹੀਂ ਕੋਈ, ਸਿੱਖਾਂ ਦੀ ਪਹਿਚਾਣ ਸਾਰੀ ਦੁਨੀਆ ਵਿੱਚ ਹੈ। ਉਹ ਕਾਹਦੇ ਕਰਕੇ ਹੈ? ਧੋਖੇ ਕਰਕੇ ਨਹੀਂ, ਵੋਟਾਂ ਕਰਕੇ ਨਹੀਂ। ਉਹ ਪਹਿਚਾਣ ਹੈ ਸਿੱਖਾਂ ਦੇ ਆਚਰਣ ਕਰਕੇ, ਇਹਨਾਂ ਦੇ ਜੀਵਨ ਕਰਕੇ, ਜੋ ਗੁਰੂ ਮਹਾਰਾਜ ਜੀ ਦੀ ਸਿੱਖਿਆ ਦੇ ਉੱਤੇ ਚੱਲਦੇ ਨੇ। ਉਸ ਕਰਕੇ ਇਹਨਾਂ ਦੀ ਪਹਿਚਾਣ ਸਾਰੇ ਜਹਾਨ ਦੇ ਵਿੱਚ ਬੜੀ ਸੁੱਚੀ ਹੈ। ਤਾਂ ਕਰਕੇ ਭਾਈ ਇਹ ਕਿਸੇ ਦੇ ਵਿੱਚ ਰਲਾਇਆ ਹੋਇਆਂ ਰਲਦੇ ਨਹੀਂ। ਤਾਂ ਫਿਰ ਕੋਈ ਕਿਵੇਂ ਕਹਿ ਦੇਵੇ ਵੀ ਸਿੱਖ ਹਿੰਦੂਆਂ 'ਚੋਂ ਨਿਕਲੇ ਹੈ? ਹੁਣ ਹਿੰਦੂ ਦੇ ਲਾਗੇ ਕਿ ਸਿੱਖ ਨੂੰ ਖਿਲਾਰ ਦਈਏ ਅਤੇ ਦੱਸੋ ਉਹ ਪਛਾਣਿਆ ਨਹੀਂ ਜਾਵੇਗਾ? ਅਤੇ ਫਿਰ ਕਿਵੇਂ ਕੋਈ ਕਹਿ ਦੇਵੇ ਵੀ ਸਿੱਖ ਹਿੰਦੂ ਹੀ ਹੁੰਦੇ ਨੇ? ਬਹੁਤ ਪਿੱਛੇ ਵੀ ਅਤੇ ਹੁਣ ਵੀ ਇਹ ਗੱਲਾਂ ਸ਼ਬਦਾਂ ਦੇ ਹਮਲੇ ਹੁੰਦੇ ਰਹਿੰਦੇ। ਕਹਿੰਦੇ ਜੀ ਸਿੱਖ ਕੋਈ ਵੱਖਰੀ ਕੌਮ ਨਹੀਂ। ਹੁਣ ਤਾਂ ਸਿੱਖਾਂ ਦੇ ਘਰੇ ਜੰਮੇ ਜਿਹੜੇ ਪ੍ਰਚਾਰਕ ਨੇ ਉਹ ਵੀ ਇਹ ਗੱਲਾਂ ਕਹਿਣ ਲੱਗ ਪਏ। ਉਹ ਕਹਿੰਦੇ ਜੀ ਸਿੱਖ ਕੋਈ ਵੱਖਰੀ ਨਹੀਂ ਹਨ, ਗੁਰੂ ਨਾਨਕ ਦੇਵ ਜੀ ਨੇ ਕੋਈ ਵੱਖਰਾ ਪੰਥ, ਕੋਈ ਵੱਖਰਾ ਧਰਮ ਨਹੀਂ ਚਲਾਇਆ ਹੈ, ਉਹ ਤਾਂ ਹਿੰਦੂਆਂ ਦੇ ਵਿੱਚੋਂ ਹੀ ਨਿਕਲੇ ਸਨ। ਉਹ ਭਗਤੀ ਕਰਦੇ ਹੈ ਜਿਹਦੇ ਕਰਕੇ ਉਹਨਾਂ ਨੇ ਇਹ ਉੱਚਾ ਰੱਬ ਦਾ ਪ੍ਰਾਪਤੀ ਦਾ ਦਰਜਾ ਪ੍ਰਾਪਤ ਕੀਤਾ ਹੈ। ਉਹ ਐਂ ਹੀ ਲੋਕੀ ਸੰਗਤ ਜੀ ਵਿਚਾਰਾਂ ਕਰਦੇ। ਅਤੇ ਲੋਕ ਕਹਿੰਦੇ ਤਾਂ ਉਹਨਾਂ ਨੂੰ ਦੱਸਿਆ ਜਾ ਸਕਦਾ ਸੀ, ਪਰ ਜਦੋਂ ਆਪਣੇ ਹੀ ਜਾਣਦੇ ਹੋਈ ਇਹ ਗੱਲਾਂ ਕਹਿਣ ਲੱਗ ਪਏ ਤਾਂ ਉਹਨਾਂ ਨੂੰ ਕਿਹੜਾ ਭਾਈ ਸਮਝਾਵੇ ਜਾ ਕੇ, ਕਿਉਂਕਿ ਉਹ ਸਮਝਦੇ ਹੀ ਨਹੀਂ ਕਿਸੇ ਗੱਲ ਨੂੰ।
ਦੂਜੇ ਤਾਂ ਸਮਝ ਜਾਂਦੇ ਨੇ। ਤੋ ਇੱਦਾਂ ਦੀ ਉਹਨਾਂ ਦੀ ਹਾਲਤ ਹੈ। ਪਰ ਇਹ ਭਾਈ ਗੁਰਦਾਸ ਜੀ ਦੱਸ ਰਹੇ, ਭਾਈ ਇਹੋ ਜਿਹੇ ਭੁਲੇਖੇ 'ਚ ਨਾ ਰਹਿ ਜਿਓ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪਿੱਛੇ ਵੀ ਇਹ ਬਚਨ ਆਪਾਂ ਸੁਣਾ ਹੈ ਭਾਈ ਗੁਰਦਾਸ ਜੀ ਦੇ, ਵੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਕਾ ਚਲਾ ਦਿੱਤਾ ਸੰਸਾਰ ਦੇ ਅੰਦਰ, ਅਤੇ ਇਹ ਨਿਰਮਲ ਗੁਰਮੁਖਾਂ ਦਾ ਪੰਥ, ਗੁਰਸਿੱਖੀ ਦਾ ਪੰਥ ਮਹਾਰਾਜ ਜੀ ਨੇ ਚਲਾਇਆ ਹੈ। ਫਿਰ ਕੋਈ ਕਿਵੇਂ ਆਖੇ ਵੀ ਮਹਾਰਾਜ ਨੇ ਕੁਝ ਨਹੀਂ ਕੀਤਾ। ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਵੱਖਰਾ ਪੰਥ ਤੋਰਿਆ ਹੈ, ਵੱਖਰਾ ਪੰਥ ਤੋਰਿਆ ਸੀ ਤਾਂ ਹੀ ਤਾਂ ਖਾਲਸਾ ਰਾਜ ਰਿਹਾ ਹੈ। ਨਹੀਂ ਤਾਂ ਫਿਰ ਉਹਨੂੰ ਹਿੰਦੂ ਰਾਜ ਕਹਿ ਦਿੰਦੇ ਜਾਂ ਮੁਸਲਮਾਨਾਂ ਦਾ ਹੀ ਰਾਜ ਕਹਿ ਦਿੰਦੇ। ਪਰ ਉਹਨੂੰ ਖਾਲਸਾ ਰਾਜ ਕਿਉਂ ਕਿਹਾ ਗਿਆ ਸੀ? ਵੀ ਖਾਲਸੇ ਦੀ ਪਹਿਚਾਣ ਆਪਣੀ ਵੱਖਰੀ ਹੈ। ਤੋ ਇਹਦਾ ਭਾਈ ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਗੁਰਮੁਖਾਂ ਦਾ ਪੰਥ ਬੜਾ ਨਿਰੋਲ ਹੈ, ਉਹ ਕਿਸੇ ਦੇ ਵਿੱਚ ਰਲਾਇਆਂ ਹੋਇਆਂ ਰਲ ਨਹੀਂ ਜਾਂਦੇ ਹਨ। ਅਕਥ ਕਥਾ ਅਕਥ ਅਬੋਲ, ਨਾ ਬੋਲ ਬੁਲਾਈ ਹੈ। ਉਹਨਾਂ ਗੁਰਮੁਖਾਂ ਦੇ ਜੀਵਨ ਦੀ ਭਾਈ ਕਥਾ ਵੀ ਅਕਥ ਹੀ ਹੈ, ਅਬੋਲ ਹੈ, ਬੋਲਣ ਤੋਂ ਰਹਿਤ ਹੈ। ਨਾ ਤਾਂ ਉਹ ਬੋਲੀ ਜਾਂਦੀ ਹੈ ਆਪਣੇ ਤੋਂ, ਅਤੇ ਨਾ ਹੀ ਕਿਸੇ ਤੋਂ ਭਾਈ ਬੁਲਾਈ ਜਾਂਦੀ ਹੈ। ਗੁਰਮੁਖਾਂ ਦੇ ਪਵਿੱਤਰ ਜੀਵਨ ਦੀ ਕਥਾ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਤਿਵੇਂ ਜੋ ਗੁਰਮੁਖਾਂ ਦੀ ਅਵਸਥਾ ਉਹ ਤਾਂ ਗੁਰਮੁਖੀ ਜਾਣਦੇ ਹੈ। ਹਾਂ, ਜੋ ਕੁਝ ਆਪਾਂ ਕਵਾਂਗੇ ਅਤੇ ਉਹ ਤਾਂ ਸਾਧ ਸੰਗਤ ਜੀ ਪਰ ਸੰਵੇਦ ਕਰਕੇ ਹੀ ਆਖਾਂਗੇ। ਭਾਵ ਕਿ ਜੋ ਬਾਹਰੋਂ ਆਪਾਂ ਦੇਖਿਆ ਹੈ, ਕਿਸੇ ਕੋਲੋਂ ਸੁਣਿਆ ਹੈ, ਬਸ ਉਹੀ ਕੁਝ ਕਹਿ ਸਕਦੇ ਹਾਂ। ਹੁਣ ਉਹਨਾਂ ਗੁਰਮੁਖਾਂ ਨੂੰ ਅੰਦਰ ਆਤਮੇ ਕਿੰਨਾ ਆਨੰਦ ਹੈ, ਉਹ ਤਾਂ ਨਹੀਂ ਨਾ ਆਪਾਂ ਨੂੰ ਮਾਣ ਲਾ ਸਕਦੇ। ਉਹ ਆਪਣੇ ਆਪ ਨਹੀਂ ਕੁਝ ਕਿਹਾ, ਉਹ ਉਹੀ ਕਹਿ ਸਕਦਾ ਭਾਈ ਜਿਹੜਾ ਕੋਈ ਗੁਰਮੁਖ ਦੀ ਅਵਸਥਾ ਵਿੱਚ ਪਹੁੰਚਿਆ ਹੋਵੇ। ਉਸ ਅਵਸਥਾ ਨੂੰ ਉਹੀ ਬਿਆਨ ਕਰ ਸਕਦਾ ਹੈ, ਉਹ ਦੂਜਾ ਨਹੀਂ ਕਰ ਸਕਦਾ। ਇਸੇ ਕਰਕੇ ਕਿਹਾ ਹੈ ਸੋ ਸੰਵੇਦੇ ਨਹਿ ਕਹਿ ਸਕੂੰ, ਲੱਛਣ ਸੰਤ ਮਹੰਤ। ਵੀ ਸੋ ਸੰਵੇਦੇ ਵੀ ਆਪਣੇ ਆਪ ਦੇ ਨਿੱਜੀ ਗਿਆਨ ਕਰਕੇ ਨਹੀਂ ਮੈਂ ਸਾਧੂ ਸੰਤਾਂ ਦੇ ਲੱਛਣ ਕਥਨ ਕਰ ਸਕਦਾ। ਜੋ ਕੁਝ ਵੀ ਆਖੇ ਜਾਂਦੇ ਨੇ ਪਰ ਸੰਵੇਦੇ ਕਹੋਂ ਕਛ, ਉਹ ਕਹਿੰਦੇ ਪਰ ਸੰਵੇਦ ਕਰਕੇ ਹੀ, ਭਾਵ ਦੂਜੇ ਗਿਆਨ ਕਰਕੇ, ਜਿਹੜਾ ਬਾਹਰੋਂ ਗਿਆਨ ਮਿਲਿਆ ਉਹਦੇ ਕਰਕੇ ਕੁਝ ਕਥਨ ਕੀਤੇ ਜਾ ਸਕਦੇ ਆ। ਤਾਂ ਕਰਕੇ ਗੁਰਮੁਖਾਂ ਦੇ ਜਿਹੜੇ ਪਵਿੱਤਰ ਜੀਵਨ ਦੀ ਗਾਥਾ ਹੈ ਉਹ ਬੜੀ ਅਬੋਲ ਹੈ, ਅਕਥ ਹੈ, ਨਾ ਬੋਲੀ ਜਾ ਸਕਦੀ, ਨਾ ਕਿਸੇ ਦੇ ਕੋਲੋਂ ਕਹਿ ਕੇ ਬੁਲਾਈ ਹੀ ਜਾ ਸਕਦੀ ਹੈ। ਸਦਾ ਅਭੁੱਲ ਅਭੋਲ, ਨਾ ਭੂਲ ਭੁਲਾਈ ਹੈ। ਫਿਰ ਗੁਰਮੁਖ ਕੈਸੇ ਭਾਈ? ਉਹ ਤਾਂ ਸਦਾ ਹੀ ਅਭੁੱਲ ਹੈ, ਭੁੱਲਣ ਤੋਂ ਰਹਿਤ ਨੇ। ਅਭੋਲ, ਗਲਤੀ ਤੋਂ ਰਹਿਤ ਹੈ। ਬੜੇ ਸਿਆਣੇ ਅਤੇ ਸਮਝਦਾਰ ਹੁੰਦੇ ਨੇ, ਉਹ ਕਿਸੇ ਤਰ੍ਹਾਂ ਦੀ ਭੁੱਲ ਨਹੀਂ ਕਰਦੇ ਹਨ। ਆਮ ਮਨੁੱਖਾਂ ਦੇ ਵਾਂਗ ਜਿਹੜੇ ਗੁਰਮੁਖ ਬਣ ਜਾਂਦੇ ਹਨ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਗੁਰਮੁਖ ਹੋ ਗਏ, ਉਹਨਾਂ ਕੋਲੋਂ ਫਿਰ ਕਹਿ ਲਓ ਕੋਈ ਗਲਤੀ ਨਹੀਂ ਹੁੰਦੀ ਹੈ। ਜੇ ਕੋਈ ਸਹਿਜੇ ਬਚਨ ਵੀ ਹੋ ਜਾਵੇ ਅਤੇ ਉਹ ਵੀ ਸਾਧ ਸੰਗਤ ਜੀ ਸਫਲਾ ਹੀ ਹੁੰਦਾ ਹੈ, ਕਿਸੇ ਦੇ ਭਲੇ ਵਾਸਤੇ ਹੀ ਹੁੰਦਾ ਹੈ। ਇੱਦਾਂ ਭਾਈ ਗੁਰਮੁਖ ਅਭੁੱਲ ਹੈ, ਆਮ ਮਨੁੱਖਾਂ ਦੇ ਵਾਂਗ ਪੈਰ 'ਤੇ ਭੁੱਲਣ ਵਾਲੇ ਨਹੀਂ ਹਨ। ਫਿਰ ਅਭੋਲ, ਨਾ ਹੀ ਕੋਈ ਗਲਤੀ ਕਰਦੇ ਹੈ, ਗਲਤੀ ਤੋਂ ਰਹਿਤ ਹੈ। ਨਾ ਭੂਲ ਭੁਲਾਈ ਹੈ, ਨਾ ਤਾਂ ਉਹ ਕਿਸੇ ਭੁੱਲ ਵਿੱਚ ਪੈਂਦੇ ਹੈ, ਅਤੇ ਨਾ ਹੀ ਕਿਸੇ ਦੁਆਰਾ ਸੰਗਤ ਜੀ ਉਹ ਭੁਲੇਖੇ ਵਿੱਚ ਪਾਏ ਜਾਂਦੇ ਹੈ। ਜਾਂ ਗੁਰਮੁਖ ਜਨ ਨਾ ਆਪ ਭੁੱਲਦੇ ਹੈ ਅਤੇ ਨਾ ਹੀ ਕਿਸੇ ਨੂੰ ਭੁਲਾਉਂਦੇ ਹੈ ਕਿ ਭਾਈ ਤੁਸੀਂ ਕਿਤੇ ਐਵੇਂ ਭੁਲੇਖੇ 'ਚ ਪੈ ਜਾਓ। ਗੁਰਮੁਖ ਕਿਸੇ ਨੂੰ ਗਲਤ ਭੁਲੇਖੇ ਦੇ ਵਿੱਚ ਨਹੀਂ ਪਾਇਆ ਕਰਦੇ ਹਨ। ਐਸਾ ਉਹਨਾਂ ਦਾ ਜੀਵਨ ਹੈ। ਗੁਰਮੁਖ ਪੰਥ ਅਲੋਲ, ਸਹਿਜ ਸਮਾਈ ਹੈ। ਗੁਰਮੁਖਾਂ ਦਾ ਜਿਹੜਾ ਪੰਥ ਹੈ ਅਲੋਲ, ਅਲੋਲ ਦਾ ਅਰਥ ਹੁੰਦਾ ਚੰਚਲਤਾਈ ਤੋਂ ਰਹਿਤ। ਵੀ ਉਹਨਾਂ ਦੇ ਮੱਤ ਦੇ ਵਿੱਚ ਚੰਚਲਤਾਈ ਨਹੀਂ ਹੁੰਦੀ ਹੈ, ਬਹੁਤੀ ਚੰਚਲਤਾਈ ਜੀ ਕਰੀ ਜਾਣੀ, ਕਿਤੇ ਇੱਧਰ ਦੀਆਂ ਗੱਲਾਂ ਕਿਤੇ ਉੱਧਰ ਦੀਆਂ ਗੱਲਾਂ, ਬੜੀਆਂ ਚਲਾਕੀਆਂ ਚਤਰਾਈਆਂ ਕਰਨੀਆਂ। ਕਹਿੰਦੇ ਜੋ ਗੁਰਮੁਖਾਂ ਦਾ ਪੰਥ ਹੈ ਉਹਦੇ ਵਿੱਚ ਇਹੋ ਜਿਹੀਆਂ ਚਤਰਾਈਆਂ ਚਲਾਕੀਆਂ ਨੇ, ਉੱਥੇ ਬੜੀ ਸਮਝਦਾਰੀ ਵਰਤੀ ਜਾਂਦੀ ਹੈ, ਬੜੀ ਸਿਆਣਪ ਵਰਤੀ ਜਾਂਦੀ ਹੁੰਦੀ ਹੈ। ਹਰੇਕ ਮਨੁੱਖ ਜਿਹੜਾ ਵੀ ਗੁਰਮੁਖਾਂ ਦੇ ਵਿੱਚ ਹੈ, ਗੁਰਮੁਖਾਂ ਦੇ ਪੰਥ 'ਚ ਹੈ, ਹਰੇਕ ਮਨੁੱਖ ਆਪਣੀ ਜ਼ਿੰਮੇਦਾਰੀ ਸਮਝਦਾ ਹੈ ਔਰ ਆਪਣੇ ਆਪ ਸਿਆਣਪ ਹੀ ਸਿੱਧ ਕਰਦਾ ਹੈ। ਮੂਰਖਪੁਣਾ ਨਹੀਂ ਕੋਈ ਕਰਕੇ ਦਿਖਾਉਣਾ ਕਰਦਾ ਹੈ।
ਸਹਿਜ ਸਮਾਈਐ। ਐਸੇ ਕਰਕੇ ਜਿਹੜੇ ਗੁਰਮੁਖ ਨੇ ਸਹਿਜ ਸਰੂਪ ਦੇ ਵਿੱਚ ਹੀ ਭਾਈ ਸਮਾ ਜਾਂਦੇ ਹਨ। ਅਮਿਓ ਸਰੋਵਰ ਝੋਲ ਗੁਰਮੁਖ ਪਾਈਐ। ਹੁਣ ਇਹ ਜੋ ਗੁਰਮੁਖਤਾਈ ਵਾਲੀ ਦਾਤ ਹੈ ਜਾਂ ਗੁਰਮੁਖਾਂ ਦਾ ਸੁਭਾਅ ਹੈ, ਇਹ ਕਿੱਥੋਂ ਪਾਇਆ ਜਾਵੇ ਭਾਈ? ਤਾਂ ਭਾਈ ਗੁਰਦਾਸ ਜੀ ਦਾ ਵੀ ਉੱਤਰ ਦਿੰਦੇ ਆ, ਕਹਿੰਦੇ ਮਤਾਂ ਕੋਈ ਜਾਣੇ ਵੀ ਗੁਰਮੁਖ ਸ਼ਾਇਦ ਉੱਤੋਂ ਆਕਾਸ਼ੋਂ ਡਿੱਗਦੇ ਹੈ, ਇੱਥੋਂ ਹੀ ਜੰਮਦੇ ਹੈ, ਇੱਥੇ ਪਰਿਵਾਰਾਂ ਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਹੈ। ਪਰ ਹਾਂ, ਉਹਨਾਂ ਦੀ ਸੰਗਤ ਵੱਖਰੀ ਹੁੰਦੀ ਹੈ, ਉਹਨਾਂ ਦੇ ਜੀਵਨ ਨਿਰਾਲੇ ਹੁੰਦੇ ਹੈ, ਉਹ ਕਿਸੇ 'ਚ ਰਲਦੇ ਨਹੀਂ ਹਨ। ਉਹਨਾਂ ਦੇ ਜੀਵਨ ਬੜੇ ਅਮੋਲਕ ਹੁੰਦੇ ਨੇ, ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਹੈ। ਗੁਰਮੁਖ ਪੈਦਾ ਕਿੱਥੋਂ ਹੁੰਦੇ, ਕਿਵੇਂ ਬਣਦੇ ਆ? ਤਾਂ ਦੱਸਦੇ, ਕਹਿੰਦੇ ਜਿਹੜਾ ਸਤ ਸੰਗਤ ਹੈ ਇਹ ਮਾਨੋ ਇੱਕ ਸਰੋਵਰ ਹੈ। ਜਿਵੇਂ ਕਿਸੇ ਪਿਆਸੇ ਨੂੰ ਪਿਆਸ ਲੱਗੀ ਹੋਵੇ, ਅੱਗੇ ਵੇਖਿਆ ਕੋਈ ਤਲਾਅ ਆ ਗਿਆ ਹੈ, ਤਲਾਅ ਵਿੱਚ ਪਾਣੀ ਤਾਂ ਹੈ ਪਰ ਉੱਤੇ ਕੁਝ ਬੂਰ ਜੰਮਿਆ ਪਿਆ ਹੈ, ਅਤੇ ਫਿਰ ਉਹ ਬੂਰ ਨੂੰ ਪਾਸੇ ਕਰਕੇ ਥੱਲਿਓਂ ਐ ਉੱਜਲ ਪਾਣੀ ਕੱਢ ਕੇ ਉਹਦੇ ਵਿੱਚ ਚਾਹੇ ਨਹਾ ਲਵੇ, ਚਾਹੇ ਪੀ ਲਵੇ, ਚਾਹੇ ਪਾਣੀ ਵਰਤ ਲਵੇ, ਤੋ ਇੱਦਾਂ ਉਹ ਪਾਣੀ ਕੰਮ ਆ ਜਾਂਦਾ ਨਾ। ਕਹਿੰਦੇ ਤਿਵੇਂ ਹੀ ਆ ਸਤ ਸੰਗਤ ਮਾਨੋ ਇੱਕ ਸਰੋਵਰ ਹੈ, ਇਹਦੇ ਵਿੱਚੋਂ ਸਾਧ ਸੰਗਤ ਜੀ ਗੁਰਮੁਖਾਂ ਨੇ ਜਿਹੜਾ ਹੋਰ ਖਿਆਲਾਂ ਦਾ ਬੂਰ ਸੀ ਨਾ, ਵਿਸ਼ੇ ਵਾਸ਼ਨਾ ਆਦਿਕ ਦਾ, ਉਹਨੂੰ ਪਾਸੇ ਕਰ ਦਿੱਤਾ ਅਤੇ ਥੱਲਿਓਂ ਨਾਮ ਰੂਪੀ ਸਵੱਛ ਜਲ ਪ੍ਰਗਟ ਕਰ ਲਿਆ। ਉਹ ਨਾਮ ਰੂਪੀ ਜਲ ਨੂੰ ਛਕਦੇ ਹੈ, ਭਾਵ ਹਰ ਸਮੇਂ ਨਾਮ ਜਪਦੇ ਰਹਿੰਦੇ ਨੇ। ਇੱਦਾਂ ਇਹ ਗੁਰਮੁਖਤਾਈ ਵਾਲੀ ਅਵਸਥਾ ਸਤ ਸੰਗਤ ਦੇ ਵਿੱਚੋਂ ਪਾਈ ਦੀ ਆ ਕੇ। ਸਤ ਸੰਗਤ ਦੇ ਵਿੱਚੋਂ ਗੁਰਮੁਖਾਂ ਵਾਲਾ ਜੀਵਨ ਪ੍ਰਾਪਤ ਹੁੰਦਾ ਹੈ। ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ। ਕਹਿੰਦੇ ਗੁਰਮੁਖਾਂ ਨੇ ਭਾਈ ਲੱਖਾਂ ਹੀ ਟੋਲੇ, ਭੇਖਾਂ, ਪੰਥਾਂ ਆਦਿ ਦੇ ਵਿੱਚੋਂ ਇੱਕ ਸਿੱਖੀ ਦੇ ਹੀ ਟੋਲ ਪੰਥ ਵਿੱਚ ਆ ਕੇ ਨਾਮ ਅੰਮ੍ਰਿਤ ਦੀ ਦਾਤ ਧਾਰਨ ਕੀਤੀ ਹੋਈ ਹੈ। ਉਹ ਕਿਸੇ ਦੀਆਂ ਹੋਰ ਗੱਲਾਂ ਬਾਤਾਂ ਸੁਣ ਕੇ ਅਤੇ ਉੱਧਰ ਭਿੱਜ ਨਹੀਂ ਜਾਂਦੇ ਵੀ ਫਲਾਣੇ ਨੇ ਕਿਹਾ ਜੀ ਇੱਥੇ ਆਓ ਅਤੇ ਤੁਹਾਨੂੰ ਇੱਦਾਂ ਮੁਕਤੀ ਮਿਲ ਜਾਊ, ਤੁਹਾਡੇ ਦੁੱਖ ਕੱਟੇ ਜਾਣਗੇ, ਤੁਹਾਡਾ ਆਹ ਫਲਾਣਾ ਰੋਗ ਦੂਰ ਹੋ ਜਾਏਗਾ, ਤੁਹਾਡਾ ਆਹ ਮਿਟ ਜਾਏਗਾ। ਬੜੇ ਲੋਕ ਨੇ ਇੱਦਾਂ ਦੇ ਸੰਗਤ ਜੀ ਆਵਾਜ਼ਾਂ ਮਾਰਦੇ। ਆ ਜਿਵੇਂ ਆਪਾਂ ਮੰਡੀ ਚਲੇ ਜਾਈਏ ਨਾ, ਉੱਥੇ ਮੰਡੀ ਦੇ ਵਿੱਚ ਸਬਜ਼ੀਆਂ ਵਾਲੇ ਜਿਵੇਂ ਹੋਕਾ ਦਿੰਦੇ ਹੈ, ਐਂ ਹੋਕੇ ਪੈ ਰਹੇ ਨੇ ਅੱਜ ਧਾਰਮਿਕ ਜਗਤ ਦੇ ਵਿੱਚ ਵੀ। ਫਲਾਣਾ ਕਹਿੰਦਾ ਜੀ ਇੱਥੇ ਆਓ, ਇੱਥੇ ਹੀ ਸਵਰਗ ਹੈ। ਦੂਜਾ ਕਹਿੰਦਾ ਇੱਥੇ ਆਓ ਜਿੱਥੇ ਸਵਰਗ ਤੋਂ ਵੀ ਗਾਂਹ ਦੀਆਂ ਗੱਲਾਂ ਦਿਖਾਵਾਂਗੇ। ਤੀਜਾ ਕਹਿੰਦਾ ਜੀ ਇਹ ਸਵਰਗ ਸੁਵਰਗ ਤਾਂ ਹੁੰਦੇ ਨਹੀਂ ਆ, ਤੁਹਾਨੂੰ ਹੋਰ ਹੀ ਕੁਝ ਆਪਾਂ ਕਰਾਵਾਂਗੇ, ਤੁਹਾਡੀ ਸੁਰਤ ਉੱਥੇ ਚਾੜ੍ਹ ਦਿਆਂਗੇ, ਤੁਹਾਡੇ ਅੰਦਰ ਪ੍ਰਕਾਸ਼ ਕਰ ਦਿਆਂਗੇ ਅਤੇ ਤੁਹਾਡੀ ਗਰੀਬੀ ਚੱਕੀ ਜਾਵੇਗੀ, ਤੁਹਾਡੇ ਆਹ ਕੰਮ ਰੁਕੇ ਹੋਏ ਸੌਰ ਜਾਣਗੇ। ਤੋ ਬੰਦੇ ਕਿਹੜੇ ਜਿਨ੍ਹਾਂ ਦੇ ਸੰਗਤ ਜੀ ਇੱਦਾਂ ਕੰਮ ਰੁਕੇ ਹੋਏ ਨਹੀਂ? ਸਾਰੇ ਭੱਜੇ ਜਾਂਦੇ, ਉੱਧਰ ਦੌੜਦੇ ਜਾਂਦੇ ਬਿਨਾਂ ਵਿਚਾਰ ਕੀਤਿਆਂ। ਉੱਥੇ ਜਾ ਕੇ ਨਾਲੇ ਆਪਣਾ ਸਮਾਂ ਖਰਾਬ ਕੀਤਾ, ਨਾਲੇ ਪੈਸੇ ਬਰਬਾਦ ਕੀਤੇ, ਮਿਲਿਆ ਕੁਝ ਵੀ ਨਾ। ਅਸਲ ਵਿੱਚ ਮਿਲਣਾ ਕੀ ਸੀ? ਅੰਦਰ ਦਾ ਸਹਿਜ, ਅੰਦਰ ਦੀ ਸ਼ਾਂਤੀ, ਅੰਦਰ ਦਾ ਟਿਕਾਓ ਸੀ। ਜੇ ਉਹ ਮਿਲਿਆ ਹੀ ਨਹੀਂ ਤਾਂ ਫਿਰ ਜਾਣੋ ਕਿ ਉਹ ਧੋਖਾ, ਠੱਗੀ ਅਤੇ ਛਾਲੀ ਹੋਇਆ ਹੈ। ਜੇ ਕਿਸੇ ਦੇ ਕੋਲੇ ਜਾ ਕੇ ਜਿਹੜੇ ਇੱਦਾਂ ਦੇ ਕੁਝ ਵਾਅਦੇ ਕਰਦੇ ਹੈ, ਜਿਵੇਂ ਲੀਡਰ ਲੋਕ ਵਾਅਦੇ ਕਰਕੇ ਜਾਂਦੇ, ਅਤੇ ਉਹ ਕਿਹੜੇ ਪੂਰੇ ਕਰਦੇ ਹੈ? ਇਸੇ ਤਰ੍ਹਾਂ ਹੀ ਜਿਹੜੇ ਦੂਜੇ ਕੋਲ ਦੰਭੀ ਪਖੰਡੀ ਲੋਕ ਹੁੰਦੇ ਹੈ, ਬੜੇ ਵਾਅਦੇ ਕਰਦੇ, ਤੁਹਾਡਾ ਆਹ ਕਾਰਜ ਰਾਸ ਹੋ ਜੂ, ਤੁਹਾਡਾ ਆਹ ਨਿਬੜ ਜਾਊ, ਤੁਹਾਡੇ ਕੇਸ ਮੁੱਕ ਜਾਣਗੇ, ਤੁਹਾਡੇ ਆਹ ਕੰਮ ਸੌਰ ਜਾਣਗੇ, ਵਿਦੇਸ਼ਾਂ ਦਾ ਬਣ ਜੂ, ਆਹ ਅੜਚਨ ਪੈਂਦੀ ਹੈ ਮਿਟ ਜਾਊ। ਆਪਣੇ ਵਰਗੇ ਲੋਕ ਜਿਹੜੇ ਭੱਜੇ ਜਾਂਦੇ, ਕਹਿੰਦੇ ਹਾਂ ਬਾਬਾ ਜੀ ਅਸੀਂ ਬੜੇ ਤੰਗ ਆ, ਆਹ ਕਿਰਪਾ ਕਰੋ, ਆਹ ਕਿਰਪਾ ਕਰੋ। ਉਹ ਵੀ ਬਾਬੇ ਅੱਗੋਂ ਉਡੀਕਣ ਡੇ ਹੁੰਦੇ ਵੀ ਕੋਈ ਆਵੇ ਇਹੋ ਜਿਹਾ ਮਛਲੀ ਸਾਡੇ ਜਾਲੇ ਦੇ ਵਿੱਚ ਫਸੇ ਅਤੇ ਕੁਝ ਰੋਟੀ ਫੁਲਕਾ ਸਾਡਾ ਵੀ ਚੱਲੇ। ਅਤੇ ਲੋਕ ਜਾ ਕੇ ਬਹਿ ਜਾਂਦੇ ਅਤੇ ਉਹ ਫਿਰ ਪਖੰਡ ਦਾ ਕਹਿ ਲਓ ਚੰਗਾ ਦਿਖਾਵਾ ਕਰਦੇ। ਅਤੇ ਉਹਨਾਂ 'ਚ ਲੋਕ ਪ੍ਰਭਾਵਿਤ ਨਹੀਂ ਹੁੰਦੇ। ਧੂੰਆਂ ਜਿਹਾ ਬਾਲ ਕੇ ਫੂਕਾਂ ਜਿਹੀਆਂ ਮਾਰਦੇ, ਇਲਾਚੀਆਂ ਮਿਸ਼ਰੀਆਂ ਆਦਿਕ ਦੇ ਕੇ, ਲਓ ਜੀ ਆਹ ਤੁਹਾਨੂੰ ਕਰਤੀਆਂ ਨੇ ਇਲਾਚੀਆਂ ਸਵੇਰੇ ਖਾਣੀਆਂ, ਆਹ ਪਾਣੀ ਦਾ ਛੱਟਾ ਇੱਦਾਂ ਦੇ ਦੇਣਾ, ਆਹ ਇੱਦਾਂ ਕਰ ਲਈ, ਸਾਰੀਆਂ ਬੁਰੀਆਂ ਬਲਾਵਾਂ ਦੂਰ ਭੱਜ ਜਾਣਗੀਆਂ, ਆਹ ਕੰਮ ਹੋ ਜਾਣਗੇ। ਸਾਡੇ ਵਰਗੇ ਲੋਕ ਵਿਚਾਰੇ ਉਹ ਗੱਲਾਂ ਮੰਨ ਲੈਂਦੇ ਵੀ ਸ਼ਾਇਦ ਇੱਦਾਂ ਹੋਣਗੀਆਂ, ਪਰ ਹੁੰਦਾ ਤਾਂ ਇਹੋ ਜਿਹਾ ਕੁਝ ਵੀ ਨਹੀਂ। ਅਸਲ ਵਿੱਚ ਜੋ ਕੁਝ ਵੀ ਹੈ ਇਹਦੇ ਨਾਲ ਆਪਣੇ ਮਨ ਦੇ ਵਿੱਚ ਸ਼ਾਂਤੀ, ਸਹਿਜ, ਗਿਆਨ, ਸਮਝਦਾਰੀ ਇਹ ਆਉਣੀ ਚਾਹੀਦੀ ਸੀ। ਜੇ ਇਹ ਆਇਆ ਹੀ ਕੁਝ ਨਹੀਂ ਹੈ ਤਾਂ ਸਮਝ ਲਓ ਸਾਰਾ ਦਿਖਾਵਾ ਪਖੰਡੀ ਹੈ, ਔਰ ਇਹ ਗੁਰੂ ਕੀ ਬਾਣੀ ਤੋਂ ਬਿਨਾਂ ਨਹੀਂ ਆ ਸਕਦਾ ਹੈ।
ਇਹ ਨਿਰਣੇ ਕਰ ਲੈਣੀ ਚਾਹੀਦੀ ਸਾਨੂੰ ਗੱਲ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ, ਸੰਗਤ ਤੋਂ ਬਿਨਾਂ ਅੰਦਰ ਸਹਿਜ ਨਹੀਂ ਆਵਾਂ, ਨਾ ਅੰਦਰ ਸ਼ਾਂਤੀ, ਨਾ ਅੰਦਰ ਕਿਹੜਾ ਆਉਣਾ, ਨਾ ਸਾਡੇ ਮਨ ਨੇ ਨਿਰਮਲ ਹੋਣਾ ਹੈ। ਇਸ ਕਰਕੇ ਭਾਈ ਜਿਹੜੇ ਗੁਰਮੁਖ ਨੇ ਨਾ, ਉਹ ਸਾਰੇ ਭੇਖਾਂ ਨੂੰ ਛੱਡ ਕੇ ਤੇ ਇੱਕ ਗੁਰਸਿੱਖੀ ਦੇ ਭੇਖ ਨੂੰ ਹੀ ਆ ਕੇ ਪ੍ਰਾਪਤ ਕਰਦੇ ਆ, ਗੁਰਸਿੱਖੀ ਨੂੰ ਹੀ ਧਾਰਨ ਕਰਦੇ ਆ। ਜਿਵੇਂ ਕਹਿ ਲਓ ਸਾਧ ਸੰਗਤ ਜੀ ਅੱਗੇ ਉਦਾਹਰਨਾਂ ਦੇਣਗੇ ਭਾਈ ਗੁਰਦਾਸ ਜੀ, ਵੀ ਜਿਵੇਂ ਕਹਿ ਲਓ ਕਿ ਕਿੰਨੀਆਂ ਗਾਈਆਂ ਨੇ ਅਤੇ ਵੱਜਾ ਹੋਇਆ ਗਾਈਆਂ ਦਾ ਵੱਗ, ਅਤੇ ਉੱਥੇ ਜਿਹੜਾ ਵੱਛਾ ਹੈ ਉਹਨੂੰ ਛੱਡ ਦਿਓ, ਸਾਰੀਆਂ ਗਾਈਆਂ ਨੂੰ ਛੱਡ ਕੇ ਅਤੇ ਆਪਣੀ ਜਿਹੜੀ ਉਹਦੀ ਮਾਂ ਹੁੰਦੀ ਉਹਦੇ ਕੋਲ ਚਲਿਆ ਜਾਂਦਾ, ਅਤੇ ਮਾਂ ਵੀ ਉਹਦੇ ਕੋਲ ਆ ਜਾਂਦੀ ਨਾ ਉਹਨਾਂ ਦੀ। ਇਸੇ ਤਰੀਕੇ ਦੇ ਨਾਲ ਜਿਹੜੇ ਗੁਰੂ ਕੇ ਸਿੱਖ ਹੁੰਦੇ ਹੈ ਨਾ, ਉਹ ਸਾਰਿਆਂ ਭੇਖਾਂ ਨੂੰ ਛੱਡ ਕੇ ਅਤੇ ਆਪਣੇ ਗੁਰੂ ਦੇ ਕੋਲ ਹੀ ਆ ਜਾਂਦੇ ਨੇ। ਉਹ ਇੱਧਰ ਉੱਧਰ ਵੇਖ ਕੇ ਅਤੇ ਪ੍ਰਭਾਵਿਤ ਨਹੀਂ ਹੁੰਦੇ ਹਨ ਵੀ ਫਲਾਣੇ ਨੇ ਐਂ ਕੀਤਾ ਜਾਂ ਫਲਾਣਾ ਐਂ ਕਰਨ ਵਾਲਾ ਹੈ, ਕੁਝ ਨਹੀਂ। ਉਹ 4 ਦਿਨਾਂ ਦੇ ਸਾਧ ਸੰਗਤ ਦੀ ਕਹਿ ਲਓ ਰੌਣਕ ਮੇਲੇ ਹੁੰਦੇ, ਇਹ ਤੋਂ ਬਿਨਾਂ ਕੁਝ ਵੀ ਨਹੀਂ। ਪਰ ਜਿਹੜਾ ਗੁਰਮੁਖਾਂ ਦਾ ਪੰਥ ਹੈ ਭਾਈ, ਇਹ ਸਦੀਵੀ ਰਹਿਣ ਵਾਲਾ ਹੈ। ਤੋ ਇੱਦਾਂ ਗੁਰਮੁਖ ਜਨ ਕਹਿੰਦੇ ਹੈ ਕਿ ਆਪਣੇ ਗੁਰਸਿੱਖੀ ਦੇ ਪੰਥ ਨੂੰ ਟੋਲ ਲੈਂਦੇ ਹੈ, ਔਰ ਗੁਰਸਿੱਖੀ ਦੇ ਵਿੱਚ ਹੀ ਆ ਕੇ ਅਤੇ ਇਹ ਗੁਰਸਿੱਖੀ ਦੀ ਦਾਤ ਨੂੰ ਧਾਰਨ ਕਰਦੇ ਨੇ। ਨਾ ਆਪ ਗਣਾਈ ਹੈ ਅਤੇ ਕਰਕੇ ਮੁੜ ਕੇ ਆਪਣੇ ਆਪ ਨੂੰ ਗਣਾਉਂਦੇ ਨਹੀਂ ਕਿ ਮੈਂ ਕੁਝ ਹਾਂ। ਉੱਥੇ ਨਿਰਮਾਣਤਾ ਹੀ ਰੱਖਦੇ ਹੈ, ਆਪਣਾ ਆਪ ਤਿਆਗ ਕੇ ਹੀ ਰੱਖਦੇ ਹਨ, ਆਪਣੇ ਆਪ ਨੂੰ ਨਹੀਂ ਜਨਾਉਣਾ ਕਰਦੇ। ਇਹ ਭਾਈ ਗੁਰਸਿੱਖੀ ਦਾ ਰਸਤਾ ਹੈ, ਇਹ ਹੈ ਗੁਰਸਿੱਖੀ ਦਾ ਅਤੇ ਗੁਰਮੁਖਾਂ ਦਾ ਮਾਰਗ। ਜਿਹੜੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਹੈ, ਇਹ ਗੁਰਮੁਖਾਂ ਦਾ ਮਾਰਗ ਹੈ, ਸਮਝਦਾਰ ਲੋਕਾਂ ਦਾ ਮਾਰਗ ਹੈ, ਸਿਆਣੇ ਲੋਕਾਂ ਦਾ ਮਾਰਗ ਹੈ। ਪਰ ਬਹੁਤ ਸਾਰੇ ਮੂਰਖ ਲੋਕਾਂ ਨੇ ਸਿੱਖੀ ਦਾ ਭੇਖ ਧਾਰਨ ਕਰਕੇ ਅਤੇ ਕਹਿ ਲਓ ਅੱਜ ਬੜੀ ਬਦਨਾਮੀ ਕਰਨੀ ਸ਼ੁਰੂ ਕੀਤੀ ਹੋਈ। ਰਹੋ ਵਿਚਾਰ ਉਹਨਾਂ ਨਾਲ ਤਾਂ ਗੁਰੂ ਸਾਹਿਬ ਆਪ ਹੀ ਸਾਧ ਸੰਗਤ ਜੀ ਨਜਿੱਠਣਗੇ ਵੀ ਇਹਨਾਂ ਨੇ ਸਾਡੇ ਮਤ ਨੂੰ ਖਰਾਬ ਕਰਨ ਦਾ ਯਤਨ ਕੀਤਾ ਹੋਇਆ ਹੈ। ਤੋ ਕਿਉਂਕਿ ਜਿਹੜੀ ਕੋਈ ਕਿਸੇ ਦੀ ਚੀਜ਼ ਹੋਵੇ, ਜੇ ਉਹਨੂੰ ਕੋਈ ਸਾਧ ਸੰਗਤ ਜੀ ਨੁਕਸਾਨ ਪਹੁੰਚਾਵੇ ਤਾਂ ਫਿਰ ਉਹ ਮਾਲਕ ਹੀ ਦੁੱਖ ਹੁੰਦਾ ਹੈ। ਆਹ ਸਿੱਖੀ ਗੁਰੂ ਨਾਨਕ ਦੇਵ ਜੀ ਦੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਇਹਨੂੰ ਜੇਕਰ ਕੋਈ ਠੇਸ ਪਹੁੰਚਾਉਣ ਦਾ ਯਤਨ ਕਰੇਗਾ ਤਾਂ ਫਿਰ ਉਹ ਮਾਲਕ ਨੂੰ ਹੀ ਅੰਦਰ ਦੁੱਖ ਪੀੜਾ ਹੋਵੇਗੀ। ਫਿਰ ਉਹ ਆਪ ਵੀ ਸਾਧ ਸੰਗਤ ਜੀ ਉਹ ਆ ਕੇ ਦੇਖੇਗਾ। ਰਹੋ ਵਿਚਾਰ, ਇਹ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮੁਖਾਂ ਦੇ ਪੰਥ ਦੀ ਬਾਤ ਕੀਤੀ ਹੈ ਵੀ ਗੁਰਮੁਖਾਂ ਦਾ ਪੰਥ ਭਾਈ ਆਪਣਾ ਨਿਰਾਲਾ, ਗੁਰਸਿੱਖੀ ਪੰਥ ਨਿਰਾਲਾ ਹੈ, ਕਿਸੇ ਦੇ ਵਿੱਚ ਰਲਾਇਆ ਹੋਇਆ ਰਲਦਾ ਨਹੀਂ ਹੈ, ਨਾ ਕਿਸੇ ਤੋਂ ਉਧਾਰਾ ਲਿਆ ਹੈ। ਇਹ ਅਕਾਲੀ ਧਰਮ ਹੈ, ਅਕਾਲੀ ਮਾਰਗ ਹੈ, ਨਿਰਮਲ ਪੰਥ ਇਹਨੂੰ ਕਹਿ ਲਓ, ਖਾਲਸਾ ਪੰਥ ਕਹਿ ਲਓ, ਇੱਕੋ ਹੀ ਸ਼ਬਦ ਦੇ ਪਰਾਏ ਵਾਚੀ ਸ਼ਬਦ ਹੀ ਹਨ ਸਾਰੇ।